ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਅੱਜ ਤੋਂ ਲੈ ਕੇ ਅਸੀਂ ਗੌੜੀ ਕੀ ਵਾਰ ਦੀ ਵਿਚਾਰ ਆਰੰਭ ਕਰ ਰਹੇ ਹਾਂ। ਇਹ ਵਾਰ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 318 ਤੇ ਅੰਕਿਤ ਹੈ। ਗੌੜੀ ਕੀ ਵਾਰ ਮਹਿਲਾ ਪੰਜਵਾਂ। ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ ਤੁਨ ਉੱਪਰ ਗਾਵਣੀ। ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ ਤੁਨ ਉੱਪਰ ਗਾਵਣੀ। ਬਾਹਰ ਦੇਸ਼ ਦੇ ਅੰਦਰ ਇੱਕ ਸਰਦਾਰ ਕਮਾਲੂਦੀਨ ਸੀ। ਉਹਨੇ ਆਪਣੇ ਭਾਈ ਸਾਰੰਗ ਨੂੰ ਜ਼ਹਿਰ ਦੇ ਦਿੱਤਾ ਤੇ ਉਹਦੀ ਇਸਤਰੀ ਆਪਣੇ ਨਾਬਾਲਗ ਪੁੱਤਰ ਮੁਅੱਜ਼ੂਦੀਨ ਨੂੰ ਨਾਲ ਲੈ ਕੇ ਪੇਕੇ ਚਲੀ ਗਈ। ਜਦੋਂ ਮੁਅੱਜ਼ੂਦੀਨ ਵੱਡਾ ਹੋਇਆ ਤਾਂ ਆਪਣੀ ਨਾਨਕੀ ਫੌਜ ਨਾਲ ਲਿਆ ਕੇ ਕਮਾਲਦੀਨ ਦੇ ਨਾਲ ਲੜਿਆ ਔਰ ਉਹਨੂੰ ਹਾਰ ਦੇ ਕੇ ਮਾਰ ਦਿੱਤਾ। ਢਾਡੀਆਂ ਨੇ ਇਸ ਵਾਰਤਾ ਨੂੰ ਵਾਰ ਵਿੱਚ ਗਾਇਆ, ਜਿਸ ਦੀ ਚਾਲ ਦਾ ਨਮੂਨਾ ਇਹ ਹੈ। ਰਾਣਾ ਰਾਏ ਕਮਾਲ ਦੀ ਰਣ ਭਾਰਾ ਬਾਹੀ, ਮੌਜੂਦੀ ਤਲਵੰਡੀਓਂ ਚੜਿਆ ਸਾਬਾਹੀ। ਇਸ ਧਾਰਨਾ ਦੇ ਉੱਤੇ, ਇਸ ਚਾਲ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਇਸ ਵਾਰ ਨੂੰ ਗਾਉਣ ਦੀ ਹਿਦਾਇਤ ਕੀਤੀ ਹੈ। ਆਓ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਜੋ ਇੱਕ ਹੈ, ਜੋ ਲਗਾਤਾਰ ਇੱਕ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ, ਸਮਾਇਆ ਹੋਇਆ ਹੈ, ਵਿਆਪਕ ਹੈ, ਇੱਕ ਹੀ ਚਾਰ ਚੁਫੇਰੇ ਫੈਲਿਆ ਹੋਇਆ ਹੈ। ਸਤ ਦਾ ਮਤਲਬ ਸदैव ਹੈ, ਅਬਿਨਾਸ਼ੀ ਹੈ, ਕਦੇ ਵੀ ਉਸਨੇ ਖਤਮ ਨਹੀਂ ਹੋਣਾ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਰਹਿਮਤ ਸਦਕਾ ਜੋ ਸਰਬ ਪਰਮ ਸੱਤਿਆ ਹੈ, ਉਸ ਦੀ ਸਮਝ ਗੁਰੂ ਦੇ ਗਿਆਨ ਰਾਹੀਂ ਸਾਨੂੰ ਆਉਂਦੀ ਹੈ। ਗੁਰੂ ਗਿਆਨ ਰਾਹੀਂ ਉਸ ਦੇ ਗੁਣਾਂ ਦੇ ਅੰਦਰ ਅਸੀਂ ਅਪੇਦ ਹੋ ਸਕਦੇ ਹਾਂ ਔਰ ਗੁਰੂ ਗਿਆਨ ਰਾਹੀਂ ਉਸ ਦੀ ਰਜਾ ਪਾਣੇ ਨੂੰ ਸਮਝ ਕੇ ਉਸ ਵਿੱਚ ਅਸੀਂ ਚੱਲ ਸਕਦੇ ਹਾਂ। ਸ਼ਲੋਕ ਮਹਿਲਾ ਪੰਜਵਾਂ। ਹਰ ਹਰ ਨਾਮ ਜੋ ਜਨ ਜਪੈ, ਸੋ ਆਇਆ ਪ੍ਰਵਾਨ। ਜਪੈ ਦਾ ਮਤਲਬ ਜੋ ਜਾਣਦਾ ਹੈ, ਜਪ ਦਾ ਮਤਲਬ ਜਾਣਨਾ ਹੁੰਦਾ ਹੈ, ਸਮਝਣਾ, ਇੰਪਲੀਮੈਂਟ ਕਰਨਾ। ਨਾਮ ਦਾ ਮਤਲਬ ਹੁਕਮ। ਹਰ ਨਾਮ ਦਾ ਮਤਲਬ ਰੱਬੀ ਹੁਕਮ। ਜਨ ਜਪੈ ਦਾ ਮਤਲਬ ਜੋ ਜਪਦਾ ਹੈ, ਜਾਣਦਾ ਹੈ, ਭਾਵ ਕਿ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ। ਸੋ ਆਇਆ ਪ੍ਰਵਾਨ, ਉਹਦਾ ਇਸ ਸੰਸਾਰ ਦੇ ਅੰਦਰ ਆਉਣਾ ਸਫਲਾ ਹੈ। ਸੋ ਆਇਆ ਪ੍ਰਵਾਨ ਦਾ ਮਤਲਬ ਉਹਦਾ ਆਉਣਾ ਸਫਲਾ ਹੈ, ਉਹਦਾ ਜੀਵਨ ਫਲਦਾਇਕ ਹੈ, ਉਹਦੀ ਜ਼ਿੰਦਗੀ ਦੇ ਅੰਦਰ ਕੋਈ ਸੁੱਖਾਂ ਦਾ, ਖੁਸ਼ੀਆਂ ਦਾ ਫਲ ਲੱਗਦਾ ਹੈ। ਉਹ ਇਸ ਸੰਸਾਰ ਨੂੰ ਕੁਝ ਦੇਣ ਦਿੰਦਾ ਹੈ, ਉਹ ਆਪਣੀ ਜ਼ਿੰਦਗੀ ਦੇ ਅੰਦਰ ਕੁਝ ਚੰਗਾ ਕਰ ਜਾਂਦਾ ਹੈ, ਚੰਗਾ ਕਰਦਾ ਹੈ, ਚੰਗਾ ਪਾਉਂਦਾ ਹੈ, ਭਾਵ ਕਿ ਉਹ ਖੁਸ਼ੀਆਂ ਵਾਲੀ, ਖੇੜਿਆਂ ਵਾਲੀ ਜ਼ਿੰਦਗੀ ਜੀਂਦਾ ਹੈ। ਉਹਦਾ ਆਉਣਾ ਇੱਥੇ ਪ੍ਰਵਾਨ ਹੈ, ਉਹਦਾ ਆਉਣਾ ਸਫਲਾ ਹੈ, ਜੋ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ। ਤਿਸ ਜਨ ਕੈ ਬਲਿਹਾਰਣੈ, ਜਿਨ ਭਜਿਆ ਪ੍ਰਭ ਨਿਰਵਾਣ। ਭਜਿਆ ਦਾ ਮਤਲਬ ਜਿਸ ਨੇ ਰੱਬੀ ਗੁਣ ਗਾਏ, ਯਾਨੀ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ, ਸਿਫਤ ਸਲਾਹ ਕੀਤੀ, ਸਿਮਰਿਆ, ਭਜਿਆ, ਗੁਣ ਗਾਏ। ਇਹਨਾਂ ਸਾਰਿਆਂ ਦਾ ਇਹ ਮਤਲਬ ਹੈਗਾ, ਅੰਤਰੀਵ ਭਾਵ ਇਹ ਹੈ ਕਿ ਜਿਸ ਨੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ, ਮਨ ਕਰਕੇ, ਬਚਨਾ ਕਰਕੇ ਔਰ ਕਰਮ ਕਰਕੇ। ਜਿਸ ਦੀ ਮੈਂਟੈਲਿਟੀ ਵਿੱਚ ਵੀ ਰੱਬੀ ਗੁਣ, ਜਿਸ ਦੇ ਬੋਲਾਂ ਵਿੱਚ ਵੀ ਰੱਬੀ ਗੁਣ ਔਰ ਜਿਸ ਦੇ ਵਿਹਾਰ ਦੇ ਅੰਦਰ ਵੀ ਰੱਬੀ ਗੁਣ ਨੇ। ਨਿਰਵਾਣ ਦਾ ਮਤਲਬ ਹੈ ਵਾਸ਼ਨਾ ਤੋਂ ਰਹਿਤ, ਜਿਹਦੇ ਉੱਤੇ ਕੋਈ ਵਾਸ਼ਨਾ ਦਾ ਲੇਪ ਨਹੀਂ ਹੈ, ਵਿਕਾਰਾਂ ਦਾ, ਮਾਇਆ ਆਦਿਕ ਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਵਾਸ਼ਨਾ ਰਹਿਤ ਪ੍ਰਭੂ ਦੇ ਗੁਣ ਗਾਏ ਨੇ, ਜੋ ਵਾਸ਼ਨਾ ਰਹਿਤ ਪ੍ਰਭੂ ਦੇ ਗੁਣਾਂ ਦਾ ਧਾਰਨੀ ਹੋਇਆ ਹੈ, ਮੈਂ ਉਹਦੇ ਤੋਂ ਸਦਕੇ ਹਾਂ, ਉਹਦੇ ਤੋਂ ਬਲਿਹਾਰ ਹਾਂ, ਉਸ ਤੋਂ ਵਾਰਣੇ ਸਦਕੇ ਹਾਂ।
ਕਿਉਂਕਿ ਉਹ ਮਹਾਨ ਇਨਸਾਨ ਹੈ ਤੇ ਐਸੇ ਮਹਾਨ ਇਨਸਾਨਾਂ ਦਾ ਆਦਰ ਸਤਿਕਾਰ ਕਰਨਾ ਹਰ ਇਨਸਾਨ ਦਾ ਹੱਕ ਹੈ ਔਰ ਫਰਜ਼ ਹੈ। ਜਦੋਂ ਐਸੇ ਇਨਸਾਨਾਂ ਦੇ ਨਾਲ ਅਸੀਂ ਮਿਲਦੇ ਹਾਂ, ਉਹਨਾਂ ਦੀ ਸੰਗਤ ਵਿੱਚ ਸਾਨੂੰ ਵੀ ਸ਼ੁਭ ਗੁਣ ਮਿਲਦੇ ਨੇ ਔਰ ਸਾਨੂੰ ਵੀ ਰੱਬੀ ਰਜ਼ਾ ਦੇ ਅੰਦਰ ਤੁਰਨ ਦੀ ਪ੍ਰੇਰਣਾ ਮਿਲਦੀ ਹੈ। ਜਨਮ ਮਰਨ ਦੁੱਖ ਕੱਟਿਆ, ਹਰ ਭੇਟਿਆ ਪੁਰਖ ਸੁਜਾਨ। ਇੱਥੇ ਜਨਮ ਮਰਨ ਦਾ ਅਰਥ ਸਮਝ ਲੈਣਾ। ਜਨਮ ਮਰਨ ਦਾ ਮਤਲਬ ਹੈ ਜਨਮ ਤੋਂ ਲੈ ਕੇ ਮਰਨ ਤੱਕ, ਜਨਮ ਤੋਂ ਮਰਨ ਤੱਕ। ਦੁੱਖ ਕੱਟਿਆ, ਉਹਨਾਂ ਦਾ ਦੁੱਖ ਖਤਮ ਹੋ ਜਾਂਦਾ ਹੈ। ਹਰ ਭੇਟਿਆ, ਭੇਟਿਆ ਦਾ ਮਤਲਬ ਜੋ ਮਿਲੇ, ਪੁਰਖ ਦਾ ਮਤਲਬ ਰਮਿਆ ਹੋਇਆ, ਤੇ ਸੁਜਾਨ ਦਾ ਮਤਲਬ ਹਰ ਇੱਕ ਦੇ ਦਿਲ ਦੀ ਜਾਣਨ ਵਾਲਾ। ਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਤੇ ਉਹਦੀ ਸਾਰੀ ਉਮਰ ਦਾ ਦੁੱਖ ਕੱਟਿਆ ਗਿਆ। ਸਾਰੀ ਉਮਰ ਦਾ ਦੁੱਖ ਕੱਟਿਆ ਗਿਆ, ਜਨਮ ਤੋਂ ਲੈ ਕੇ ਮਰਨ ਤੱਕ। ਦੇਖੋ ਜੀਵਨ ਕੀ ਹੈ, ਜਿਸ ਦਿਨ ਅਸੀਂ ਜਨਮ ਲਿਆ ਔਰ ਜਿਸ ਦਿਨ ਅਸੀਂ ਮਰਾਂਗੇ, ਇੱਕ ਐਸਾ ਸਮਾਂ ਸੀ, ਦਿਨ ਸੀ ਜਿਸ ਦਿਨ ਸਾਡਾ ਜਨਮ ਹੋਇਆ। ਇੱਕ ਦਿਨ ਉਹ ਆਏਗਾ ਜਿਸ ਦਿਨ ਸਾਡੀ ਸਰੀਰਕ ਮੌਤ ਹੋਏਗੀ। ਤੇ ਇਹਨਾਂ ਦੋ ਦਿਨਾਂ ਦੇ ਦਰਮਿਆਨ ਜੋ ਸਮਾਂ ਮਿਲਿਆ ਹੈ ਉਹਨੂੰ ਜੀਵਨ ਕਹਿੰਦੇ ਨੇ। ਤਾਂ ਉਹਦੇ ਸਾਰੇ ਜੀਵਨ ਦਾ ਹੀ ਦੁੱਖ ਕੱਟਿਆ ਜਾਂਦਾ ਹੈ, ਜਿਹੜਾ ਵਿਆਪਕ ਪ੍ਰਭੂ ਨੂੰ ਮਿਲ ਪੈਂਦਾ ਹੈ। ਹੁਣ ਇਹ ਚੀਜ਼ ਨੂੰ ਸਮਝਣਾ ਹੈ ਕਿ ਦੁੱਖ ਕਿਵੇਂ ਕੱਟਿਆ ਜਾਂਦਾ ਹੈ। ਉਹਦਾ ਰੀਜ਼ਨ ਹੈ ਕਿ ਜਿੰਨੇ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਉਹ ਵਿਕਾਰਾਂ ਕਰਕੇ ਨੇ। ਕਾਮ, ਕ੍ਰੋਧ, ਲੋਭ, ਮੋਹ, ਈਰਖਾ, ਦਵੇਸ਼, ਵੈਰ, ਵਿਰੋਧ, ਜਾਂ ਜਿੰਨੇ ਵੀ ਪਾਪ ਨੇ, ਵਿਕਾਰ ਨੇ, ਅਪਰਾਧ ਨੇ, ਭੈੜੀ ਸੋਚ ਨੇ, ਇਹਨਾਂ ਕਰਕੇ ਹੀ ਜ਼ਿੰਦਗੀ ਵਿੱਚ ਦੁੱਖ ਨੇ। ਤੇ ਜਿਸ ਨੇ ਆਪਣੀ ਸੁਰਤ ਨੂੰ ਰੱਬੀ ਗੁਣਾਂ ਵਿੱਚ ਮਿਲਾ ਦਿੱਤਾ, ਹੁਣ ਉਹਦੇ ਅੰਦਰ ਔਗਣ ਕੋਈ ਹੈ ਹੀ ਨਹੀਂ। ਅੰਦਰ ਹਮੇਸ਼ਾ ਗੁਣ ਨੇ, ਸੱਚ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ। ਤਾਂ ਉਹਦੀ ਜ਼ਿੰਦਗੀ ਵਿੱਚ ਦੁੱਖ ਹੋਏਗਾ ਹੀ ਨਹੀਂ, ਉਹ ਕਦੇ ਪਰੇਸ਼ਾਨ ਨਹੀਂ ਹੋਵੇਗਾ। ਬਾਹਰੀ ਤੌਰ ਤੇ ਦੁੱਖ ਆਉਣਗੇ, ਮੁਸੀਬਤਾਂ ਆਉਣਗੀਆਂ, ਲੇਕਿਨ ਉਹ ਇਨਸਾਨ ਉਹਨਾਂ ਮੁਸੀਬਤਾਂ ਨੂੰ ਦੁੱਖ ਕਰਕੇ ਨਹੀਂ ਮੰਨੇਗਾ। ਉਹ ਉਹਨਾਂ ਨੂੰ ਦਾਰੂ ਸਮਝੇਗਾ। ਪਾਵਨ ਬਾਣੀ ਵਿੱਚ ਆਉਂਦਾ ਨਾ, ਦੁੱਖ ਦਾਰੂ ਸੁਖ ਰੋਗ ਭਇਆ। ਹਰ ਸੁਖ ਦਾ ਦਾਰੂ, ਹਰ ਸੁਖ ਦਾ ਜਿਹੜਾ ਦਾਰੂ ਹੈ ਨਾ, ਉਹ ਦੁੱਖ ਹੈ। ਕਿਸੇ ਦੁੱਖ ਤੋਂ ਬਿਨਾ ਸੁਖ ਮਿਲ ਨਹੀਂ ਸਕਦਾ। ਹੁਣ ਬੱਚਿਆਂ ਨੂੰ ਜਦੋਂ ਪਹਿਲੀ ਵਾਰ ਸਕੂਲ ਛੱਡਣ ਜਾਈਦਾ ਤਾਂ ਕਿਵੇਂ ਉਹ ਬੱਚੇ ਵਿਚਾਰੇ ਕਲਪਦੇ ਨੇ। ਕਿੰਨਾ ਦੁੱਖ ਹੁੰਦਾ ਨਾ ਬੱਚੇ ਨੂੰ ਮਾਂ-ਬਾਪ ਨੂੰ ਛੱਡ ਕੇ ਜਾਣਾ। ਪਰ ਜੇ ਉਹ ਦੁੱਖ ਨੂੰ ਸਹਾਰਨਗੇ ਤਾਂ ਹੀ ਉਹ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ, ਮਨੋਚਿਕਿਤਸਕ ਬਣਦੇ ਨੇ। ਉਹ ਦੁੱਖ ਹੀ ਦਾਰੂ ਬਣ ਜਾਂਦਾ ਹੈ। ਜੇ ਹੁਣ ਕਿਸਾਨ ਹੈ ਤਾਂ ਕਿੰਨਾ ਦੁੱਖ ਹੈ ਨਾ, ਸਵੇਰੇ ਉੱਠਣਾ, ਟਰੈਕਟਰ ਚਲਾਣਾ, ਫਸਲ ਜਿਹੜੀ ਪੈਲੀ ਵਾਹਣੀ, ਫਸਲ ਬੀਜਣੀ, ਸਿਆਲ ਦੇ ਵਿੱਚ, ਗਰਮੀਆਂ ਦੇ ਵਿੱਚ ਕਿੰਨਾ ਦੁੱਖ ਹੁੰਦਾ ਹੈ ਨਾ। ਪਰ ਜੇ ਉਹ ਦੁੱਖ ਨਾ ਸਹਾਰੇ ਤੇ ਘਰ ਵਿੱਚ ਫਸਲ ਨਹੀਂ ਆਏਗੀ। ਹਰ ਸੁੱਖ ਦਾ ਦਾਰੂ ਦੁੱਖ ਹੈ, ਤੇ ਜਿਹੜਾ ਦੁੱਖ ਨੂੰ ਦਾਰੂ ਬਣਾ ਲੈਂਦਾ ਹੈ ਉਹ ਇਨਸਾਨ ਸੁਖੀ ਹੋ ਜਾਂਦਾ ਹੈ। ਤੇ ਜਿਹੜਾ ਦੁੱਖਾਂ ਨੂੰ ਦੁੱਖ ਸਮਝ ਕੇ ਘਰ ਪਿਆ ਰਹਿੰਦਾ ਉਹ ਇਨਸਾਨ ਫਿਰ ਸਦਾ ਵਾਸਤੇ ਦੁਖੀ ਹੋ ਜਾਂਦਾ ਹੈ। ਇਸ ਲਈ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਆਪਣੀ ਜ਼ਿੰਦਗੀ ਦੇ ਦੁੱਖਾਂ ਨੂੰ ਖਤਮ ਕਰ ਸਕਦੇ ਹਾਂ। ਤਾਂ ਉਹਦਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਦੁੱਖ ਕੱਟਿਆ ਗਿਆ, ਜਿਸ ਨੂੰ ਨਿਰਵਾਣ ਪ੍ਰਭੂ ਮਿਲ ਗਿਆ, ਜਿਸ ਨੂੰ ਸਰਬ ਸਿਆਣਾ ਪ੍ਰਭੂ ਮਿਲ ਪਿਆ, ਜਿਸ ਨੇ ਆਪਣੀ ਸੁਰਤ ਨੂੰ ਰੱਬੀ ਗੁਣਾਂ ਵਿੱਚ ਜੋੜ ਦਿੱਤਾ। ਸੰਤ ਸੰਗ ਸਾਗਰ ਤਰੇ, ਜਨ ਨਾਨਕ ਸੱਚਾ ਤਾਣ। ਤਾਣ ਦਾ ਮਤਲਬ ਹੈ ਆਸਰਾ, ਬਲ। ਸੰਤ ਸੰਗ ਦਾ ਮਤਲਬ ਹੈ ਗੁਰੂ ਦੀ ਸੰਗਤ। ਇੱਥੇ ਸੰਤ ਦਾ ਮਤਲਬ ਕੋਈ ਡੇਰੇ ਵਾਲਾ, ਚੋਲੇ ਵਾਲਾ ਬਾਬਾ ਨਹੀਂ। ਸੰਤ ਦਾ ਮਤਲਬ ਗੁਰੂ। ਸੰਗ ਦਾ ਮਤਲਬ ਸ਼ਰਨ, ਗੁਰੂ ਦੀ ਸ਼ਰਨ ਵਿੱਚ। ਸਾਗਰ ਤਰੇ ਦਾ ਮਤਲਬ ਉਹ ਸਾਗਰ ਨੂੰ ਤਰ ਜਾਂਦਾ ਹੈ। ਜਨ ਨਾਨਕ ਸੱਚਾ ਤਾਣ, ਉਹਨੂੰ ਇੱਕ ਸੱਚੇ ਪ੍ਰਭੂ ਦਾ ਆਸਰਾ ਹੁੰਦਾ ਹੈ। ਜਿਹੜਾ ਇਨਸਾਨ ਗੁਰੂ ਦੇ ਚਰਨਾਂ ਦੀ ਸ਼ਰਨ ਚ ਜਾਏਗਾ ਨਾ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਤਾਂ ਗੁਰੂ ਨੇ ਉਸ ਨੂੰ ਦੱਸ ਦਿੱਤਾ ਹੈ ਕਿ ਸੱਚ ਹੀ ਇੱਕ ਬਲ ਹੈ, ਸੱਚ ਹੀ ਇੱਕ ਆਸਰਾ ਹੈ, ਜਿਹਦੇ ਆਸਰੇ ਅਸੀਂ ਵਿਕਾਰਾਂ ਤੋਂ ਬਚ ਸਕਦੇ ਹਾਂ। ਸੱਚ ਹੀ ਇੱਕ ਐਸਾ ਦਾਰੂ ਹੈ ਜੋ ਪੂਰੀ ਦੁਨੀਆ ਨੂੰ ਸੁੱਖ ਦੇ ਸਕਦਾ ਹੈ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਤੋਏ। ਸੱਚ ਹੀ ਇੱਕ ਦਾਰੂ ਹੈ, ਸੱਚ ਦਾ ਹੀ ਉਹਨੂੰ ਆਸਰਾ ਹੁੰਦਾ ਹੈ। ਔਰ ਇਹ ਗੱਲ ਅਸੀਂ ਕਲਾਸ ਵਿੱਚ ਪਹਿਲਾਂ ਵੀ ਕਈ ਵਾਰ ਵਿਚਾਰ ਚੁੱਕੇ ਹਾਂ ਕਿ ਜੇ ਹਰ ਇਨਸਾਨ ਸੱਚ ਬੋਲਣਾ ਸ਼ੁਰੂ ਕਰਦਾ ਹੈ
ਤਾਂ ਰਿਸ਼ਵਤਖੋਰੀ, ਚੋਰ ਬਾਜ਼ਾਰੀ, 2 ਨੰਬਰ ਦੇ ਧੰਦੇ ਔਰ ਵਿਭਚਾਰ ਵਗੈरह ਸਾਰਾ ਕੁਝ ਆਟੋਮੈਟਿਕਲੀ ਖਤਮ ਹੋ ਜਾਏਗਾ। ਕਿਉਂਕਿ ਕੋਈ ਵੀ ਪਾਪ ਵਿਕਾਰ ਕਰਨ ਵਾਸਤੇ ਸਾਨੂੰ ਝੂਠ ਦਾ ਆਸਰਾ ਲੈਣਾ ਪੈਂਦਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਸਾਗਰ ਨੂੰ ਤਰ ਜਾਂਦਾ ਹੈ, ਤੇ ਸਾਗਰ ਬਾਹਰ ਨਹੀਂ ਹੈ। ਉਹ ਸਾਗਰ ਹਰ ਇੱਕ ਦੀ ਖੋਪਰੀ ਦੇ ਅੰਦਰ ਹੈ, ਅੰਦਰ ਭਰਿਆ ਹੋਇਆ ਹੈ। ਸੋਚ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇ ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਇਹ ਸਾਡੇ ਅੰਦਰ ਭਰੇ ਪਏ ਨੇ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਉਹ ਸੱਚ ਨੂੰ ਅਪਣਾ ਲੈਂਦਾ ਹੈ ਤੇ ਇਹ ਸਾਗਰ ਨੂੰ ਤਰ ਜਾਂਦਾ ਹੈ, ਉਹਦੇ ਅੰਦਰੋਂ ਇਹ ਵਿਕਾਰ ਖਤਮ ਹੋ ਜਾਂਦੇ ਨੇ। ਮਹਿਲਾ ਪੰਜਵਾਂ, ਭਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ। ਪਰਾਹੁਣਾ, ਹੁਣ ਪ੍ਰਾਹੁਣੇ ਨੂੰ ਤੁਸੀਂ ਸਮਝਦੇ ਹੋ ਮਹਿਮਾਨ। ਜੇ ਸਵੇਰੇ ਉੱਠ ਕੇ ਕੋਈ ਪ੍ਰਾਹੁਣਾ ਮੇਰੇ ਘਰ ਆਵੇ, ਮਹਿਮਾਨ ਆਵੇ, ਅੱਜ ਤਾਂ ਮਹਿਮਾਨ ਨਿਵਾਜੀ ਜਿਹੜੀ ਹੌਲੇ ਹੌਲੇ ਘਟਦੀ ਜਾ ਰਹੀ ਹੈ। ਕਰੋਨਾ ਵਿੱਚ ਤਾਂ ਵੈਸੇ ਵੀ ਕੋਈ ਕਿਸੇ ਕੋਲ ਜਾਂਦਾ ਨਹੀਂ ਤੇ ਜਾਣਾ ਵੀ ਨਹੀਂ ਚਾਹੀਦਾ। ਲੇਕਿਨ ਫਿਰ ਵੀ ਜਦੋਂ ਅਸੀਂ ਪਿਛਲੇ ਸਮੇਂ ਵਿੱਚ ਜਾਂਦੇ ਹਾਂ ਨਾ, ਜਦੋਂ ਅਸੀਂ ਛੋਟੇ ਸਾਂ, ਜੇ ਅੱਜ ਤੋਂ 50 ਸਾਲ ਪਿੱਛੇ ਚਲੇ ਜਾਈਏ, ਤਾਂ ਮਹਿਮਾਨ ਜਦੋਂ ਘਰ ਵਿੱਚ ਆਉਂਦਾ ਸੀ ਤੇ ਚਾਅ ਚੜ੍ਹਦਾ ਸੀ, ਤੇ ਮਹਿਮਾਨ ਵੀ 4-4 5-5 ਦਿਨ ਰਹਿ ਕੇ ਜਾਂਦੇ ਸੀ। ਬੱਚੇ ਛੁੱਟੀਆਂ ਦੇ ਵਿੱਚ ਨਾਨਕਿਆਂ ਕੋਲ ਜਾਂਦੇ ਸੀ। ਸਭ ਤੋਂ ਵੱਡੀ ਪਿਕਨਿਕ ਵਾਸਤੇ ਨਾਨਕੇ ਹੁੰਦੇ ਸਨ, ਕਿ ਨਾਨਕਿਆਂ ਕੋਲ ਜਾ ਰਹੇ ਹਾਂ, ਨਾਨੀ ਨਾਨੇ ਕੋਲ ਜਾ ਕੇ ਖੁਸ਼ੀ ਹੁੰਦੀ ਸੀ। ਵਿਆਹ ਸ਼ਾਦੀ ਦੇ ਵਿੱਚ ਕਿੰਨੇ ਜਿਹੜੇ ਕੁਝ ਜ਼ਰੂਰੀ ਪ੍ਰਾਹੁਣੇ ਨੇ 5-5 7-7 ਦਿਨ ਪਹਿਲਾਂ ਆ ਜਾਂਦੇ ਸਨ। ਮਹਿਮਾਨ ਘਰ ਵਿੱਚ ਆਉਂਦਾ ਸੀ, ਖੁਸ਼ੀ ਹੁੰਦੀ ਸੀ। ਪਰ ਮਹਿਮਾਨ 2 ਤਰ੍ਹਾਂ ਦੇ ਹੁੰਦੇ ਨੇ। ਇੱਕ ਮਹਿਮਾਨ ਉਹ ਨੇ ਜੋ ਤੁਹਾਡੇ ਘਰ ਨੂੰ ਸਵਰਗ ਬਣਾ ਦਿੰਦੇ ਨੇ, ਤੇ ਇੱਕ ਮਹਿਮਾਨ ਐਸੇ ਵੀ ਆ ਸਕਦੇ ਨੇ ਜੋ ਘਰ ਨੂੰ ਨਰਕ ਬਣਾ ਦੇ। ਮਿਸਾਲ ਵਜੋਂ, ਤੁਹਾਡੇ ਘਰ ਵਿੱਚ ਕੋਈ ਮਹਿਮਾਨ ਆਇਆ ਹੈ ਤੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਆਓ ਭਾਈ ਸਾਹਿਬ ਪ੍ਰਸ਼ਾਦਾ ਛਕੀਏ, ਤੇ ਉਹ ਕਹਿੰਦਾ ਪ੍ਰਸ਼ਾਦਾ ਛਕਨੇ, ਛਕਣ ਜੋਗਾ ਕਰ ਤੇ ਲਓ, ਰੋਟੀ ਖਾਣ ਜੋਗਾ ਕਰ ਤੇ ਲਓ। ਹੁਣ ਰੋਟੀ ਖਾਣ ਜੋਗਾ ਕਰਨ ਵਾਸਤੇ ਮਤਲਬ ਕੋਈ ਪਹਿਲੋਂ ਪੈਗ ਸ਼ੈਕ ਲਿਆਓ, ਉਹਦੇ ਵਾਸਤੇ ਸ਼ਰਾਬ ਦੀ ਬੋਤਲ ਆ ਜਾਂਦੀ ਹੈ, ਨਾਲ 2 ਜਣੇ ਹੋਰ ਬਹਿ ਜਾਂਦੇ ਨੇ, ਉਧਰੋਂ ਬੀਬੀਆਂ ਪ੍ਰਸ਼ਾਦਾ ਪਾਣੀ ਪਕਾ ਰਹੀਆਂ ਨੇ, ਤੇ ਛਕਣ ਜੋਗੇ ਹੁੰਦਿਆਂ ਹੁੰਦਿਆਂ ਹੁਣ ਉਹਨਾਂ ਨੇ ਸ਼ਰਾਬ ਇੱਕ ਬੋਤਲ ਦੂਜੀ ਮੰਗਾ ਲਈ। ਬੀਬੀਆਂ ਭੈਣਾਂ ਨੇ ਲਿਆ ਕੇ ਪ੍ਰਸ਼ਾਦਾ ਪਾਣੀ ਰੱਖਿਆ ਤੇ ਸ਼ਰਾਬ ਪੀਂਦੇ ਲੜ ਪਏ, ਤੇ ਉਹ ਮੇਜ਼ ਨੂੰ ਮਾਰੀ ਲੱਤ, ਇਧਰ ਸਬਜ਼ੀ ਤੇ ਉਧਰ ਕੁਛ ਪਿਆ, ਤੇ ਸਾਰਾ ਕੁਛ ਗੜਬੜ ਹੋ ਗਿਆ ਨਾ। ਇੱਕ ਤਾਂ ਐਸੇ ਪ੍ਰਾਹੁਣੇ ਨੇ, ਇੱਕ ਤਾਂ ਨਸ਼ਿਆਂ ਦੀ ਗੱਲ ਹੋ ਗਈ। ਦੂਜਾ, ਕੋਈ ਮਹਿਮਾਨ ਐਸਾ ਆ ਸਕਦਾ ਹੈ ਕਿ ਸਾਡੇ ਘਰ ਦੇ ਵਿੱਚ ਕਿਸੇ ਬੱਚੇ ਨੂੰ ਨਸ਼ੇ ਤੇ ਲਾ ਜਾਏ, ਜਾਂ ਸਾਡੇ ਘਰ ਦੇ ਵਿੱਚ ਕੋਈ ਨੂੰਹ ਨੂੰ ਜਾਂ ਸੱਸ ਨੂੰ ਕੁਛ ਕਹਿ ਕੇ ਤੇ ਘਰ ਦੇ ਵਿੱਚ ਕਲੇਸ਼ ਪਵਾ ਜਾਏ। ਇੱਕ ਤਾਂ ਐਸੇ ਮਹਿਮਾਨ ਨੇ। ਐਸੇ ਤਾਂ ਨਾ ਹੀ ਆਉਣ ਤੇ ਚੰਗਾ ਹੈ, ਐਸੇ ਲੋਕ ਨਾ ਆਉਣ ਚੰਗਾ ਹੈ। ਹੁਣ ਇੱਥੇ ਮਹਿਮਾਨ ਦੀ ਗੱਲ ਕੀਤੀ ਜਾ ਰਹੀ ਹੈ ਜੋ ਰੱਬੀ ਗੁਣਾਂ ਦਾ ਧਾਰ ਨਹੀਂ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਜਿਨੇ ਆਪਣੀ ਜ਼ਿੰਦਗੀ ਚੋਂ ਦੁੱਖਾਂ ਨੂੰ ਖਤਮ ਕਰ ਲਿਆ ਹੈ, ਜੋ ਸੱਚ ਦਾ ਧਾਰ ਨਹੀਂ ਹੈ। ਕੋਈ ਇਹੋ ਜਿਹਾ ਮਹਿਮਾਨ ਮੇਰੇ ਘਰ ਵਿੱਚ ਆਏ, ਕੋਈ ਪ੍ਰਾਹੁਣਾ ਆਏ, ਤੇ ਮੈਂ ਫਿਰ ਕੀ ਕਰਾਂ? ਦੇਖੋ, ਮਹਿਮਾਨ ਆਵੇ, ਚੰਗਾ ਆਵੇ, ਗੁਣਾਂ ਨਾਲ ਜੋੜਨ ਵਾਲਾ, ਪੋਜ਼ਿਟਿਵ ਥਿੰਕਿੰਗ ਦੇਣ ਵਾਲਾ, ਸਕਾਰਾਤਮਕ ਸੋਚ ਦੇਣ ਵਾਲਾ, ਸਾਡੇ ਅੰਦਰ ਕਿਸੇ ਵੀ ਕੰਮ ਵਾਸਤੇ ਵਿਲ ਪਾਵਰ ਪੈਦਾ ਕਰਨ ਵਾਲਾ, ਸਾਨੂੰ ਸੱਚ ਦੇ ਨਾਲ ਜੋੜਨ ਵਾਲਾ, ਐਸੀ ਜੀਵਨ ਜੁਗਤ ਦੱਸਣ ਵਾਲਾ, ਵੇ ਆਫ ਲਾਈਫ ਦੱਸਣ ਵਾਲਾ, ਕਿ ਜਿਹੜਾ ਸਾਡੀ ਜ਼ਿੰਦਗੀ ਨੂੰ ਹੀ ਬਦਲ ਦੇਵੇ। ਭਲਕੇ ਉੱਠ ਪਰਾਹੁਣਾ ਮੇਰੇ ਘਰ ਆਓ। ਇੱਥੇ ਪਰਾਹੁਣਾ ਆਖਿਆ, ਕਿ ਇੱਕ ਹੋਰ ਜਗ੍ਹਾ ਤੇ ਬਚਨ ਆਇਆ ਹੈ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਕਿ ਇਹ ਗੁਰੂ ਦੇ ਪਿਆਰੇ ਆ ਔਰ ਮੈਨੂੰ ਮਿਲ। ਪਾਉ ਪਖਾਲਾਂ ਤਿਸ ਕੇ ਮਨ ਤਨ ਨਿਤ ਭਾਵੋ। ਇੱਥੇ ਪਾਉ ਨਹੀਂ ਪੜਨਾ, ਪਾਉ। ਪਾਉ ਦਾ ਮਤਲਬ ਪੈਰ, ਪਖਾਲਾ ਨਹੀਂ, ਪਖਾਲਾਂ। ਪਖਾਲਾਂ ਦਾ ਮਤਲਬ ਧੂਆਂ। ਜੇ ਕੋਈ ਗੁਰਮੁਖ ਪਿਆਰਾ ਮੇਰੇ ਘਰ ਵਿੱਚ ਆਏ ਤੇ ਮੈਂ ਉਸ ਗੁਰਮੁਖ ਦੇ ਪੈਰ ਧੋਵਾਂ, ਔਰ ਮੇਰੇ ਮਨ ਵਿੱਚ ਵੀ, ਮੇਰੇ ਤਨ ਵਿੱਚ ਵੀ ਮੈਨੂੰ ਮਨ ਔਰ ਤਨ ਕਰਕੇ ਉਹ ਪਿਆਰਾ ਲੱਗੇ, ਚੰਗਾ ਲੱਗੇ, ਮੈਂ ਉਹਦੇ ਪੈਰ ਧੋਵਾਂ। ਮੀਨਸ ਨਿਮਰਤਾ ਦੇ ਨਾਲ ਸੇਵਾ ਕਰਾਂ। ਜਦੋਂ ਪਹਿਲੋਂ ਪ੍ਰਾਹੁਣੇ ਆਉਂਦੇ ਸੀ ਤੇ ਉਹਨਾਂ ਨੂੰ ਇਸ਼ਨਾਨ ਵਾਸਤੇ ਪਾਣੀ ਦੇਈਦਾ ਸੀ, ਜਾਂ ਪਾਣੀ ਦੇਈਦਾ ਸੀ ਕਿ ਆ ਲਓ ਤੁਸੀਂ ਪੈਰ ਵਗੈਰਾ, ਹੱਥ ਪੈਰ ਧੋ ਲਓ, ਮੂੰਹ ਹੱਥ ਧੋ ਲਓ, ਕਿਉਂਕਿ ਘੱਟਾ ਮਿੱਟੀ ਹੁੰਦਾ ਸੀ, ਲੋਕ ਪੈਦਲ ਚੱਲ ਕੇ ਆਉਂਦੇ ਸਨ। ਤਾਂ ਸੇਵਾ ਹੈ ਨਾ, ਗਰਮ ਪਾਣੀ ਨਾਲ
ਹੱਥ ਪੈਰ ਧੋਣ ਦੇ ਨਾਲ ਥਕਾਵਟ ਉਤਰਦੀ ਹੈ, ਮਿੱਟੀ ਕੱਟਾ ਉਤਰਦਾ ਹੈ, ਬੰਦਾ ਤਰੋ ਤਾਜ਼ਾ ਹੋ ਜਾਂਦਾ ਹੈ। ਗੱਲ ਹੈ ਨਿਮਰਤਾ ਦੇ ਨਾਲ ਸੇਵਾ ਕਰਨ, ਪਾਉ ਪਖਾਲਾਂ ਤਿਸ ਕੇ ਮਨ ਤਨ ਨਿਤ ਭਾਵੋ। ਇਹੋ ਜਿਹਾ ਮਹਿਮਾਨ, ਇਹੋ ਜਿਹਾ ਗੁਰੂ ਦਾ ਪਿਆਰਾ, ਰੱਬ ਦਾ ਪਿਆਰਾ, ਮੈਂ ਉਹਦੀ ਨਿਮਰਤਾ ਦੇ ਨਾਲ ਸੇਵਾ ਕਰਾਂ ਔਰ ਮੈਨੂੰ ਮਨ ਤਨ ਕਰਕੇ ਪਿਆਰਾ ਲੱਗੇ ਅੰਦਰੋਂ ਬਾਹਰੋਂ। ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ। ਇਹੋ ਜਿਹਾ ਪ੍ਰਾਹੁਣਾ ਹੋਏ, ਨਾਮ ਸੁਣੇ। ਨਾਮ ਦਾ ਮਤਲਬ ਰੱਬ ਦਾ ਹੁਕਮ, ਰੱਬ ਦੇ ਗੁਣ। ਜੋ ਰੱਬੀ ਹੁਕਮ ਦੀ ਗੱਲ ਸੁਣਦਾ ਹੋਵੇ, ਹੋਰ ਕੋਈ ਗੱਲ ਹੀ ਨਾ ਸੁਣੇ, ਗੁਣਾਂ ਦੀ ਗੱਲ ਸੁਣਦਾ, ਸੱਚ ਦੀ ਗੱਲ ਸੁਣਦਾ ਹੋਵੇ। ਨਾਮ ਸੰਗ੍ਰਹਿ, ਔਰ ਗੁਣਾਂ ਦਾ ਹੀ ਸੰਗ੍ਰਹਿਣ ਕਰਦਾ ਹੋਵੇ, ਜਿਹਨੇ ਆਪਣੇ ਅੰਦਰ ਸਿਰਫ ਗੁਣ ਹੀ ਇਕੱਠੇ ਕੀਤੇ ਨੇ, ਜੋ ਆਪਣੇ ਅੰਦਰ ਨੂੰ ਨੈਗੇਟਿਵਿਟੀ ਦੇ ਨਾਲ ਭਰ ਕੇ ਨਹੀਂ ਤੁਰਿਆ ਫਿਰਦਾ। ਨਾਮੇ ਲਿਵ ਲਾਵੋ, ਨਾਮੇ ਦਾ ਮਤਲਬ ਹੁਕਮ, ਰੱਬੀ ਗੁਣ। ਲਿਵ ਲਾਵੋ ਦਾ ਮਤਲਬ ਲਗਨ ਲਾ ਕੇ ਰੱਖਦਾ ਹੋਵੇ, ਜਿਸ ਦੀ ਲਗਨ ਵੀ ਰੱਬੀ ਗੁਣਾਂ ਦੇ ਨਾਲ ਲੱਗੀ ਹੋਵੇ, ਜੋ ਸੁਣਦਾ ਵੀ ਰੱਬੀ ਗੁਣਾਂ ਦੀ ਗੱਲ ਹੋਵੇ, ਔਰ ਜਿਸਨੇ ਸੰਗ੍ਰਹਿਣ ਵੀ ਰੱਬੀ ਗੁਣ ਕੀਤੇ ਹੋਣ, ਜਿਸ ਦੀ ਮੈਂਟੈਲਿਟੀ ਦੇ ਅੰਦਰ ਇੱਕ ਵੀ ਵਿਕਾਰ ਨਾ ਹੋਵੇ, ਐਸਾ ਕੋਈ ਮਹਿਮਾਨ ਮੇਰੇ ਘਰ ਵਿੱਚ ਆਏ, ਐਸੇ ਸੱਜਣ ਦੇ ਨਾਲ ਮੇਰਾ ਮਿਲਾਪ ਹੋਏ, ਤੇ ਫਿਰ ਐਸੇ ਪਿਆਰੇ ਨੂੰ ਮੈਂ ਮਨ ਔਰ ਤਨ ਕਰਕੇ ਪਿਆਰ ਕਰਾਂ, ਔਰ ਐਸੇ ਪਿਆਰੇ ਦਾ ਮੈਂ ਆਦਰ ਤੇ ਸਤਿਕਾਰ ਕਰਾਂ। ਉਹਦੇ ਨਾਲ ਕੀ ਹੋਏਗਾ? ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਵੋਂ। ਇਹਨੂੰ ਪੜਨਾ ਹੈ ਗਾਵੋਂ, ਮੈਂ ਗਾਵਾਂ। ਕਿਉਂਕਿ ਜਦੋਂ ਐਸਾ ਕੋਈ ਮਹਿਮਾਨ ਆਏਗਾ ਜੋ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਰਿਹਾ, ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਜਿਸ ਦੀ ਮੈਂਟੈਲਿਟੀ ਵਿੱਚ ਵੀ ਗੁਣ ਨੇ, ਜਿਸ ਦੇ ਬੋਲਾਂ ਵਿੱਚ ਵੀ ਗੁਣ ਨੇ, ਔਰ ਜਿਸ ਦੇ ਬਿਹੇਵੀਅਰ ਵਿੱਚ ਵੀ ਗੁਣ ਹੈ, ਜਦੋਂ ਐਸਾ ਕੋਈ ਸੱਜਣ ਆਏਗਾ, ਹਰ ਕੇ ਗੁਣ ਗਾਵੋਂ, ਤੇ ਮੈਂ ਵੀ ਉਹਦੇ ਨਾਲ ਮਿਲ ਕੇ ਰੱਬੀ ਗੁਣ ਗਾਵਾਂ, ਰੱਬੀ ਗੁਣਾਂ ਦਾ ਧਾਰਨੀ ਹੋਵਾਂ। ਮੈਂ ਵੀ ਉਹਦੇ ਤੋਂ ਪੁੱਛਾਂ ਕਿ ਰੱਬੀ ਗੁਣਾਂ ਦੇ ਧਾਰਨੀ ਕਿਵੇਂ ਹੋਇਆ ਜਾ ਸਕਦਾ ਹੈ। ਪਾਵਨ ਬਾਣੀ 'ਚ ਸਵਾਲ ਹੈ ਨਾ, ਕਵਨ ਬਣੀ ਰੀ ਤੇਰੀ ਲਾਲੀ, ਕਿ ਇਹ ਭੈਣ ਜਾਂ ਵੀਰ, ਇਸ ਦੁਨੀਆ ਦੇ ਅੰਦਰ ਲੋਕਾਂ ਦੇ ਚਿਹਰੇ ਭ੍ਰਸ਼ਟੇ ਪਏ ਨੇ, ਲੋਕਾਂ ਦੇ ਚਿਹਰੇ ਡਰਾਵਣੇ ਨੇ, ਲੋਕਾਂ ਦੇ ਅੰਦਰ ਈਰਖਾ, ਦਵੈਸ਼, ਵੈਰ, ਵਿਰੋਧ ਨੇ, ਪਰ ਤੇਰੇ ਅੰਦਰ ਰੱਬ ਦਾ ਪਿਆਰ ਕਿਵੇਂ ਪੈਦਾ ਹੋ ਗਿਆ? ਤੂੰ ਸਤ ਸੰਤੋਖ ਦਇਆ ਧਰਮ ਆਦਿਕ ਦਾ ਧਾਰਨੀ ਕਿਵੇਂ ਹੋ ਗਿਆ? ਹੈ ਨਾ ਗੱਲ? ਤਾਂ ਮੈਂ ਉਸ ਪ੍ਰਭੂ ਦੇ ਪਿਆਰੇ ਦੇ ਨਾਲ ਮਿਲ ਕੇ ਗੁਣ ਗਾਵਾਂ, ਤੇ ਉਹਦੇ ਨਾਲ ਕੀ ਹੋਏਗਾ? ਗ੍ਰਹਿ ਧਨ ਸਭ ਪਵਿੱਤਰ ਹੋਏ, ਜਿਸ ਦੇ ਨਾਲ ਮੇਰਾ ਘਰ ਵੀ ਔਰ ਮੇਰਾ ਧਨ ਵੀ ਪਵਿੱਤਰ ਹੋ ਜਾਏ। ਹੁਣ ਘਰ ਵੀ ਔਰ ਧਨ ਵੀ ਪਵਿੱਤਰ ਹੋ ਜਾਏ, ਇਸ ਚੀਜ਼ ਨੂੰ ਸਮਝ ਲੈਣਾ। ਇਹ ਨਹੀਂ ਕਿ ਹੁਣ ਜਿਵੇਂ ਅਸੀਂ ਸੈਨੇਟਾਈਜ਼ ਕਰ ਲਈ ਕੋਈ ਚੀਜ਼, ਵੀ ਉਹਦੇ ਆਉਣ ਨਾਲ ਸੈਨੇਟਾਈਜ਼ ਹੋ ਜਾਏਗਾ ਸਾਰਾ ਕੁਝ। ਇਹ ਚੀਜ਼ ਸਮਝਣ ਵਾਲੀ ਹੈ। ਗ੍ਰਹਿ ਧਨ ਸਭ ਪਵਿੱਤਰ ਹੋਏ। ਧਨ ਪਵਿੱਤਰ ਦਾ ਮਤਲਬ ਹੈ ਕਿ ਮੇਰੀ ਕਿਰਤ ਕਮਾਈ ਪਵਿੱਤਰ ਹੋ ਜਾਏ, ਮੈਂ ਸੱਚ ਦੀ ਕਮਾਈ ਕਰਾਂ, ਰਿਸ਼ਵਤ ਨਾ ਲਵਾਂ, ਮੈਂ 2 ਨੰਬਰ ਦੇ ਧੰਦੇ ਨਾ ਕਰਾਂ, ਮੈਂ ਕਿਸੇ ਦੀ ਪ੍ਰਾਪਰਟੀ ਨੂੰ ਨਾ ਹੜੱਪਾਂ। ਮੈਨੂੰ ਐਸੀ ਜੀਵਨ ਦੀ ਜੁਗਤ ਮਿਲੇ ਕਿ ਮੇਰਾ ਜੋ ਪੈਸਾ ਹੈ, ਜੋ ਮੈਂ ਕਮਾਈ ਕਰਨੀ ਹੈ, ਉਹ ਪਵਿੱਤਰ ਹੋ ਜਾਏ, 10 ਨਵਾਂ ਦੀ ਧਰਮ ਦੀ ਕਿਰਤ ਹੋਏ। ਜੋ ਮੈਂ ਬਜਟ ਬਣਾਵਾਂ ਆਪਣਾ, ਉਹ ਬੜੀ ਪਵਿੱਤਰਤਾ ਦੇ ਨਾਲ ਬਣਿਆ ਹੋਏ। ਉਸ ਬਜਟ ਦੇ ਅੰਦਰ ਸ਼ਰਾਬ ਵਾਸਤੇ, ਨਸ਼ਿਆਂ ਵਾਸਤੇ, ਜੂਏ ਵਾਸਤੇ, ਲਾਟਰੀਆਂ ਵਾਸਤੇ ਕੋਈ ਥਾਂ ਨਾ ਹੋਵੇ। ਇਹਨੂੰ ਕਹਿੰਦੇ ਨੇ ਧਨ ਦਾ ਪਵਿੱਤਰ ਹੋਣਾ। ਘਰ ਦਾ ਪਵਿੱਤਰ ਹੋਣਾ ਦਾ ਮਤਲਬ ਘਰ ਦੇ ਅੰਦਰ ਹੁਣ ਰਹਿਣ ਸਹਿਣ ਹੈ। ਘਰ ਦੇ ਅੰਦਰ ਅਸੀਂ 2 ਤਰ੍ਹਾਂ ਨਾਲ ਰਹਿ ਸਕਦੇ ਹਾਂ। ਇੱਕ ਤੇ ਰਹਿ ਸਕਦੇ ਹਾਂ ਜਿਵੇਂ ਸ਼ਮਸ਼ਾਨ ਭੂਮ ਦੇ ਵਿੱਚ ਰਹੀਦਾ ਤੇ ਭੂਤ ਨੇ ਬਣ ਕੇ। ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ, ਭੂਤ ਵਸੈ ਤਿਨ ਮਾਹੇ। ਕਿ ਰੱਬੀ ਗੁਣਾਂ ਨੂੰ ਵਿਸਾਰ ਕੇ ਤੇ ਆਪਣੇ ਘਰ ਦੇ ਅੰਦਰ ਕਲੇਸ਼ ਪਾ ਕੇ ਆਪਣੇ ਘਰ ਨੂੰ ਅਸੀਂ ਨਰਕ ਬਣਾ ਲਈਏ। ਐਵੇਂ ਵੀ ਰਹਿ ਸਕਦੇ ਹਾਂ ਕਿ ਅਸੀਂ ਐਵੇਂ ਵੀ ਰਹਿ ਸਕਦੇ ਹਾਂ ਕਿ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਕਿ ਜਿੱਥੇ ਤੇਰੇ ਗੁਣ ਗਾਏ ਜਾਂਦੇ ਨੇ, ਤੇਰੀ ਸਿਫਤ ਸਲਾਹ ਹੁੰਦੀ ਹੈ, ਉਹ ਬੈਕੁੰਠ ਬਣ ਜਾਂਦਾ ਹੈ। ਹੁਣ ਚਾਹੋ ਤਾਂ ਤੁਸੀਂ ਆਪਣੇ ਘਰ ਨੂੰ ਸਵਰਗ ਔਰ ਬੈਕੁੰਠ ਬਣਾ ਲਓ, ਤੇ ਇਹ ਘਰ ਸਵਰਗ ਔਰ ਬੈਕੁੰਠ ਬਣ ਜਾਏ, ਧਨ ਪਵਿੱਤਰ ਹੋ ਜਾਏ, ਭਾਵ ਕਿਰਤ ਚੰਗੀ ਹੋ ਜਾਏ। ਉਹਦੇ ਵਾਸਤੇ ਕੀ ਹੈ ਕਿ ਚੰਗੇ ਲੋਕਾਂ ਦੀ ਸੰਗਤ, ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਵੋਂ। ਐਸੇ ਪਿਆਰੇ ਦੇ ਨਾਲ ਮਿਲ ਕੇ ਮੈਂ ਵੀ ਰੱਬੀ ਗੁਣਾਂ ਦਾ ਧਾਰਨੀ ਹੋਵਾਂ, ਮੇਰਾ ਵੇ ਆਫ ਲਾਈਫ ਪਵਿੱਤਰ ਹੋ ਜਾਏ, ਮੇਰੀ ਕਿਰਤਕਾਰ ਪਵਿੱਤਰ ਹੋ ਜਾਏ।
ਹਰ ਨਾਮ ਵਪਾਰੀ ਨਾਨਕਾ, ਵਡਭਾਗੀ ਪਾਵੋ। ਵਡਭਾਗੀ ਨਹੀਂ ਪੜਨਾ, ਬਿੰਦੀ ਲਗਾ ਕੇ ਵਡਭਾਗੀ, ਵੱਡੇ ਭਾਗਾਂ ਨਾਲ। ਜੇ ਵਡਭਾਗੀ ਪੜਾਂਗੇ ਮੀਨਿੰਗ ਹੋ ਜਾਏਗਾ ਵੱਡੇ ਭਾਗਾਂ ਵਾਲਾ। ਵਡਭਾਗੀ, ਵੱਡੇ ਭਾਗਾਂ ਨਾਲ। ਪਾਵੋ, ਮੈਂ ਪਾਵਾਂ। ਹਰ ਨਾਮ ਵਪਾਰੀ ਨਾਨਕਾ। ਅਜਿਹਾ ਜਿਹੜਾ ਨਾਮ ਦਾ ਵਪਾਰੀ ਹੈ, ਨਾਮ ਦਾ ਵਪਾਰੀ ਮਤਲਬ ਜੋ ਰੱਬੀ ਹੁਕਮ ਵਿੱਚ ਤੁਰਨ ਵਾਲਾ ਹੈ, ਜਿਸ ਨੇ ਆਪਣੀ ਜ਼ਿੰਦਗੀ ਦਾ ਬੇਸ ਰੱਬੀ ਗੁਣਾਂ ਨੂੰ ਬਣਾਇਆ ਹੈ। ਸੱਚ, ਸੰਤੋਖ, ਦਇਆ, ਨਿਰਭੈਤਾ, ਨਿਰਵੈਰਤਾ, ਜਿਹੜਾ ਇਹਨਾਂ ਗੁਣਾਂ ਦਾ ਵਪਾਰੀ ਹੈ। ਵਡਭਾਗੀ ਪਾਵਨ ਦਾ ਮਤਲਬ ਮੈਂ ਵੱਡੇ ਭਾਗਾਂ ਦੇ ਨਾਲ ਐਸੇ ਇਨਸਾਨ ਦੀ ਸੰਗਤ ਪਾਉਂਦਾ ਹਾਂ। ਭਾਵ ਕਿ ਉਹਨਾਂ ਦੇ ਵੱਡੇ ਭਾਗ ਨੇ ਜੋ ਐਸੇ ਇਨਸਾਨਾਂ ਦੀ ਸੰਗਤ ਕਰਦੇ ਨੇ। ਗੁਰੂ ਰਹਿਮਤ ਕਰੇ ਅਸੀਂ ਵੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਸਕੀਏ। ਇਹੀ ਸਫਲਤਾ ਦਾ ਰਾਜ ਹੈ। ਪੌੜੀ। ਜੋ ਤੁਧ ਭਾਵੈ ਸੋ ਭਲਾ, ਸੱਚ ਤੇਰਾ ਭਾਣਾ। ਹੇ ਸਦਾ ਥਿਰ ਰਹਿਣ ਵਾਲੇ ਪ੍ਰਭੂ, ਜੋ ਮਨੁੱਖ ਤੈਨੂੰ ਪਾਉਂਦਾ ਹੈ ਔਰ ਜਿਸ ਨੂੰ ਤੇਰਾ ਭਾਣਾ ਚੰਗਾ ਲੱਗਦਾ ਹੈ, ਉਹ ਇਨਸਾਨ ਭਲਾ ਹੈ। ਹੁਣ ਅਸੀਂ ਕਿਹਨੂੰ ਕਹੀਏ ਕਿ ਉਹ ਇਨਸਾਨ ਬੁਰਾ ਹੈ ਔਰ ਕਿਹੜਾ ਚੰਗਾ ਹੈ? ਦੇਖੋ ਕਿੰਨੀ ਸੁੰਦਰ ਸਾਡੇ ਕੋਲ ਪਹਿਚਾਨ ਵਾਸਤੇ ਗੁਰੂ ਜੀ ਨੇ ਵਿਚਾਰ ਦਿੱਤੀ ਹੈ ਕਿ ਚੰਗਾ ਇਨਸਾਨ ਕੌਣ ਹੈ ਔਰ ਬੁਰਾ ਕੌਣ ਹੈ। ਹੁਣ ਮੈਂ ਤੇ ਆਪਣੇ ਹਿਸਾਬ ਨਾਲ ਸੋਚਾਂਗਾ ਤੇ ਜਿਸ ਨੂੰ ਮੈਂ ਬੁਰਾ ਕਹਿ ਰਿਹਾ ਨਾ, ਉਹਨੂੰ ਮੈਂ ਬੁਰਾ ਕਿਉਂ ਕਹਿ ਰਿਹਾ ਹਾਂ? ਤੁਸੀਂ ਮੈਨੂੰ ਗਲਤ ਲੱਗ ਰਹੇ ਹੋ ਤਾਂ ਕਿਉਂ ਲੱਗ ਰਹੇ ਹੋ? ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੋ। ਮੈਂ ਤੁਹਾਨੂੰ ਗਲਤ ਤਾਂ ਕਹਿ ਰਿਹਾ ਕਿ ਤੁਸੀਂ ਮੇਰੇ ਮੁਤਾਬਕ ਨਹੀਂ ਸੋਚ ਰਹੇ। ਜਿਵੇਂ ਮੈਂ ਸੋਚਣਾ ਉਵੇਂ ਨਹੀਂ ਸੋਚਦੇ, ਤਾਂ ਤੁਸੀਂ ਮੈਨੂੰ ਗਲਤ ਲੱਗਦੇ ਹੋ। ਤੇ ਜਿਵੇਂ ਤੁਸੀਂ ਸੋਚਦੇ ਹੋ ਮੈਂ ਉਵੇਂ ਨਹੀਂ ਸੋਚਦਾ, ਫਿਰ ਤੁਹਾਨੂੰ ਮੈਂ ਗਲਤ ਲੱਗਦਾ। ਹੋਰ ਗਲਤ ਦਾ ਪੈਮਾਨਾ ਕੀ ਹੈ? ਫਲਾਂ ਬੰਦੇ ਨੇ ਨਾ ਸਬਜ਼ੀ ਗਲਤ ਬਣਾਈ। ਹੁਣ ਗਲਤ ਨਹੀਂ ਬਣਾਈ, ਉਹਦਾ ਆਪਣਾ ਢੰਗ ਹੈ, ਉਹਨੇ ਤੁਹਾਡੇ ਢੰਗ ਮੁਤਾਬਕ ਨਹੀਂ ਬਣਾਈ ਤਾਂ ਤੁਹਾਨੂੰ ਗਲਤ ਲੱਗ ਰਹੀ, ਉਹਦੇ ਵਾਸਤੇ ਤਾਂ ਠੀਕ ਹੈ ਉਹ। ਯਾਨੀ ਜੋ ਸਾਡੇ ਮੁਤਾਬਕ ਨਹੀਂ ਸੋਚਦਾ ਅਸੀਂ ਉਹਨੂੰ ਗਲਤ ਕਹਿ ਦਿੰਦੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਚੰਗਾ ਬੰਦਾ ਜਾਂ ਮਾੜਾ ਬੰਦਾ ਕੌਣ ਹੈ? ਉਹਦਾ ਸਟੈਂਡਰਡ ਸਾਡਾ ਕੀ ਹੋਣਾ ਚਾਹੀਦਾ ਹੈ? ਤਾਂ ਸਾਡਾ ਜਿਹੜੀ ਪਰਖ ਦੀ ਕਸਵੱਟੀ ਹੈ ਗੁਰਬਾਣੀ ਹੈ। ਅਸੀਂ ਗੁਰਬਾਣੀ ਦੀ ਕਸਵੱਟੀ ਤੇ ਆਪਣੇ ਆਪ ਨੂੰ ਪਰਖੀਏ, ਕਿਉਂਕਿ ਗੁਰਬਾਣੀ ਯੂਨੀਵਰਸਲ ਟਰੁੱਥ ਹੈ। ਤਾਂ ਜਿਹੜਾ ਪ੍ਰਭੂ ਨੂੰ ਚੰਗਾ ਲੱਗੇ ਔਰ ਜਿਸ ਨੂੰ ਪ੍ਰਭੂ ਦਾ ਭਾਣਾ ਚੰਗਾ ਲੱਗੇ, ਉਹ ਬੰਦਾ ਭਲਾ ਹੈ, ਉਹ ਚੰਗਾ ਇਨਸਾਨ ਹੈ। ਕੌਣ? ਜੋ ਰੱਬੀ ਰਜਾ ਦੇ ਅੰਦਰ ਤੁਰਦਾ ਹੈ, ਜੋ ਰੱਬੀ ਰਜਾ ਵਿੱਚ ਤੁਰਦਾ ਹੈ। ਰਜਾ ਭਾਣਾ ਹੁਕਮ ਦਾ ਮਤਲਬ ਸਿਸਟਮ। ਰਜਾ ਭਾਣਾ ਦਾ ਮਤਲਬ ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦਾ ਹੈ ਔਰ ਜਿਸ ਨੂੰ ਪ੍ਰਭੂ ਦੀ ਰਜਾ ਚੰਗੀ ਲੱਗਦੀ ਹੈ, ਉਹ ਇਨਸਾਨ ਚੰਗਾ ਹੈ, ਬਾਕੀ ਸਾਰੇ ਬੁਰੇ ਨੇ। ਤੂੰ ਸਭ ਮਹਿ ਏਕ ਵਰਤਦਾ, ਸਭ ਮਾਹੇ ਸਮਾਣਾ। ਤੂੰ ਸਭ ਮਹਿ ਏਕ ਵਰਤਦਾ ਹੈ ਪ੍ਰਭੂ, ਸਾਰਿਆਂ ਦੇ ਵਿੱਚ ਤੂੰ ਇੱਕ ਹੀ ਵਰਤ ਰਿਹਾ ਹੈ, ਵਸ ਰਿਹਾ ਹੈ। ਦੁਬਾਰਾ ਫਿਰ ਕਹਿ ਰਹੇ ਨੇ ਸਭ ਮਾਹੇ ਸਮਾਣਾ, ਸਾਰਿਆਂ ਦੇ ਅੰਦਰ ਤੂੰ ਹੀ ਸਮਾਇਆ ਹੋਇਆ ਹੈ। ਸਭ ਮਾਹੇ ਦਾ ਮਤਲਬ ਸਭ ਥਾਵਾਂ ਤੇ, ਸਭ ਜੀਵਾਂ ਦੇ ਅੰਦਰ ਤੂੰ ਹੀ ਇੱਕ ਵਰਤ ਰਿਹਾ ਹੈ, ਤੂੰ ਹੀ ਇੱਕ ਸਮਾਇਆ ਹੋਇਆ ਹੈ। ਹੁਣ ਦੇਖੋ ਸਾਡੀ ਕਿੰਨੀ ਵੱਡੀ ਸਮੱਸਿਆ ਦਾ ਸੋਲੂਸ਼ਨ ਹੋ ਜਾਂਦਾ ਹੈ ਕਿ ਸਾਰਿਆਂ ਦੇ ਅੰਦਰ ਸਭ ਥਾਵਾਂ ਦੇ ਵਿੱਚ ਪ੍ਰਭੂ ਸਮਾਇਆ ਹੋਇਆ ਹੈ। ਹੁਣ ਫਿਰ ਵੀ ਜੇ ਅਸੀਂ ਕਹੀਏ ਕਿ ਨਹੀਂ, ਰੱਬ ਤੇ ਸੱਚਖੰਡ ਵਿੱਚ ਬੈਠਾ ਹੈ, ਰੱਬ ਤੇ ਸਵਰਗ ਵਿੱਚ ਬੈਠਾ ਹੈ, ਜੰਨਤ ਵਿੱਚ ਬੈਠਾ ਹੈ, ਅਰਸ਼ਾਂ ਕੁਰਸ਼ਾਂ ਤੇ ਬੈਠਾ ਹੈ, ਬੈਕੁੰਠ ਵਿੱਚ ਬੈਠਾ ਹੈ, ਤਾਂ ਇਹ ਸਾਡੀ ਸੋਚ ਹੈ, ਗੁਰੂ ਦੀ ਸੋਚ ਨਹੀਂ ਹੈ। ਇਹ ਯੂਨੀਵਰਸਲ ਟਰੁੱਥ ਨਹੀਂ ਹੈ। ਅਸਲੀ ਸੱਚ ਤਾਂ ਗੁਰੂ ਜੀ ਬਿਆਨ ਕਰ ਰਹੇ ਨੇ ਕਿ ਤੂੰ ਸਾਰਿਆਂ ਦੇ ਵਿੱਚ ਇੱਕੋ ਤੂੰ ਹੀ ਵਰਤ ਰਿਹਾ ਹੈ, ਸਭ ਥਾਵਾਂ ਦੇ ਉੱਤੇ ਤੂੰ ਹੀ ਸਮਾਇਆ ਹੋਇਆ ਹੈ। ਹੁਣ ਇਹਨੂੰ ਅਸੀਂ ਸਿੰਪਲ ਢੰਗ ਨਾਲ ਸਮਝੀਏ, ਆਪਣੀ ਭਾਸ਼ਾ ਵਿੱਚ, ਸੌਖੀ ਬੋਲੀ ਵਿੱਚ, ਹੋਰ ਢੰਗ ਦੇ ਨਾਲ, ਕਿ ਅਸੀਂ ਸਾਰੇ ਇੱਕ ਸਿਸਟਮ ਨਾਲ ਹੀ ਤੇ ਜੀ ਰਹੇ ਹਾਂ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਕੋਈ ਵੀ ਇਸਤਰੀ ਪੁਰਸ਼ ਆਦਿਕ ਨੇ। ਕਿ ਕੋਈ ਵੱਖਰੇ ਸਿਸਟਮ ਵਿੱਚ ਜੀ ਰਿਹਾ? ਕਿ ਕੋਈ ਬੰਦਾ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਹੋਵੇ, ਕੋਈ ਹਾਈਡਰੋਜਨ ਨਾਲ, ਕੋਈ ਕਾਰਬਨ ਡਾਈਆਕਸਾਈਡ ਨਾਲ, ਕੋਈ ਆਕਸੀਜਨ ਨਾਲ। ਸਾਰੇ ਇੱਕੋ ਤਰ੍ਹਾਂ ਹੀ ਸਾਹ ਲੈ ਰਹੇ ਨੇ ਨਾ। ਸਾਰਿਆਂ ਵਾਸਤੇ ਇੱਕੋ ਹੀ ਧਰਤੀ ਹੈ, ਇੱਕ ਸੂਰਜ ਹੈ, ਇੱਕ ਚੰਦਰਮਾ ਹੈ, ਸਾਰਿਆਂ ਦੇ ਅੰਦਰ ਇੱਕੋ ਹੀ ਤੇ ਸਿਸਟਮ ਹੈ।
ਤੇ ਫਿਰ ਵਖੇਵੇਂ ਕਾਹਦੇ ਨੇ? ਵਖੇਵਾ ਤਾਂ ਸਾਡੀ ਆਪਣੀ ਸੋਚ ਦਾ ਹੈ ਨਾ। ਜੇ ਅਸੀਂ ਸੋਚ ਨੂੰ ਵਿਸ਼ਾਲ ਕਰ ਲਈਏ ਤਾਂ ਸਾਡੇ ਵਖੇਵੇਂ ਬਦਲ ਸਕਦੇ ਨੇ। ਥਾਨ ਥਨੰਤਰ ਰਵ ਰਹਿਆ ਜੀ ਅੰਦਰ ਜਾਣਾ। ਥਾਨ ਦਾ ਮਤਲਬ ਥਾਵਾਂ ਵਿੱਚ, ਤੇ ਥਨੰਤਰ ਦਾ ਮਤਲਬ ਦੋ ਥਾਵਾਂ ਦੇ ਵਿੱਚ ਜਿਹੜੀ ਜਗ੍ਹਾ ਹੁੰਦੀ ਹੈ। ਜਿਵੇਂ ਕਿ ਅਸੀਂ ਹੁਣ, ਮੈਂ ਇੱਥੇ ਹੰਸਲੋ ਬੈਠਾ ਹਾਂ ਤੇ ਨਾਲ ਦੂਜੀ ਸਿਟੀ ਹੈ ਸਲੋ। ਹੁਣ ਇੱਕ ਤਾਂ ਸ਼ਹਿਰ ਹੋ ਗਿਆ ਹੰਸਲੋ, ਦੂਜਾ ਹੋ ਗਿਆ ਸਲੋ, ਤੇ ਇਹਨਾਂ ਦੇ ਵਿਚਕਾਰ ਜਿਹੜਾ ਥਾਂ ਹੈ ਉਹਨੂੰ ਕਹਿੰਦੇ ਨੇ ਥਨੰਤਰ। ਇੱਕ ਦੇਸ਼ ਹੋ ਗਿਆ ਇੰਡੀਆ, ਜਿੱਥੇ ਹੁਣ ਮੈਂ ਬੈਠਾ ਇੰਗਲੈਂਡ ਵਿੱਚ, ਤੁਸੀਂ ਇੰਡੀਆ ਬੈਠੇ ਹੋ, ਤੇ ਮੇਰੇ ਔਰ ਤੁਹਾਡੇ ਦਰਮਿਆਨ ਜਿਹੜੀ ਜਗ੍ਹਾ ਹੈ ਉਹਨੂੰ ਕਹਿੰਦੇ ਨੇ ਥਨੰਤਰ। ਦੋ ਥਾਵਾਂ ਦੇ ਵਿਚਕਾਰਲੀ ਜਗ੍ਹਾ, ਭਾਵ ਸਭ ਥਾਵਾਂ ਤੇ ਥਾਨ ਥਨੰਤਰ ਰਵ ਰਹਿਆ, ਕਿ ਤੂੰ ਸਭ ਥਾਵਾਂ ਤੇ ਰਮਿਆ ਹੋਇਆ ਹੈ, ਹਰ ਥਾਂ ਤੇ, ਹਰ ਇੱਕ ਦੇ ਅੰਦਰ। ਤੇ ਇਹ ਬੇਨਤੀਆਂ ਮੈਂ ਰੋਜ਼ ਕਰ ਰਿਹਾ ਕਿ ਹਰ ਥਾਂ ਦੇ ਉੱਤੇ ਸਤ, ਸੰਤੋਖ, ਦਇਆ, ਧਰਮ, ਧੀਰਜ ਗੁਣਾਂ ਨੂੰ ਅਪਣਾਇਆ ਜਾ ਸਕਦਾ ਹੈ। ਹਰ ਇਨਸਾਨ ਦੇ ਅੰਦਰ ਇਹ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਗੁਣ ਮੌਜੂਦ ਨੇ। ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਦੇ, ਹਰ ਥਾਂ ਤੇ ਯੂਜ਼ ਕੀਤਾ ਜਾ ਸਕਦਾ ਹੈ। ਹਰ ਇੱਕ ਦੇ ਅੰਦਰ ਇਹ ਚੀਜ਼ਾਂ ਨੇ। ਜੀ ਅੰਦਰ ਜਾਣਾ, ਔਰ ਤੂੰ ਸਭ ਜੀਵਾਂ ਦੇ ਅੰਦਰ ਹੈ। ਸਾਰੇ ਇਸ ਗੱਲ ਨੂੰ ਜਾਣਦੇ ਨੇ, ਪਰ ਉਹਦੇ ਨਾਲ ਮਿਲਾਪ ਕਿਵੇਂ ਹੋਵੇ, ਇਹ ਵਿਚਾਰ ਨੂੰ ਅਸੀਂ ਕਿਵੇਂ ਅਪਣਾਈਏ, ਇਸ ਚੀਜ਼ ਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਏ, ਪ੍ਰੋਬਲਮ ਸਾਡੀ ਇਹ ਹੈ। ਇਹ ਤੇ ਸਮਝ ਆ ਗਈ ਕਿ ਰੱਬ ਸਭ ਥਾਵਾਂ ਤੇ ਹੈ, ਸਭ ਦੇ ਅੰਦਰ ਹੈ, ਹਰ ਥਾਂ ਤੇ ਗੁਣ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਪਰ ਇਸ ਸੋਚ ਨੂੰ ਲਾਗੂ ਕਿਵੇਂ ਕੀਤਾ ਜਾਏ, ਉਹਦੇ ਵਾਸਤੇ ਮੈਥਡ ਕੀ ਹੈ, ਸੋਰਸਿਸ ਕੀ ਨੇ? ਤਾਂ ਗੁਰੂ ਜੀ ਕਹਿੰਦੇ ਨੇ ਸਾਧ ਸੰਗ ਮਿਲ ਪਾਈ ਹੈ। ਸਾਧ ਸੰਗਤ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ, ਸੰਗਤ ਵਿੱਚ ਮਿਲ ਕੇ ਪਾਇਆ ਜਾ ਸਕਦਾ ਹੈ। ਮੈਥਡ ਇਹ ਹੈ, ਸੰਗਤ ਵਿੱਚ ਮਿਲ ਜਾਓ, ਗੁਰੂ ਦੀ ਸ਼ਰਨ ਵਿੱਚ ਮਿਲ ਜਾਓ ਤੇ ਪਾ ਲਓ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰੂ ਦੇ ਸ਼ਰਨ ਵਿੱਚ ਮਿਲ ਕੇ ਪਾ ਸਕੋਗੇ, ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਨਾਲ ਨਹੀਂ। ਜੇ ਐਵੇਂ ਹੁੰਦਾ ਤੇ ਫਿਰ ਇੱਥੇ ਉਹ ਲਿਖਿਆ ਹੋਣਾ ਸੀ, ਜੰਗਲਾਂ ਵਿੱਚ ਜਾ ਕੇ ਨਹੀਂ, ਭੋਰਿਆਂ ਵਿੱਚ ਵੜ ਕੇ ਨਹੀਂ, ਪਹਾੜਾਂ ਤੇ ਚੜ ਕੇ ਨਹੀਂ, ਜਪ ਤਪ ਸੰਜਮ ਕਰਕੇ ਨਹੀਂ, ਵਰਤਨ ਰਾਤੇ ਸਰਾਧਾਂ ਦੇ ਨਾਲ ਨਹੀਂ, ਕੋਈ ਹੋਰ ਸਾਧਨ ਨਹੀਂ ਹੈ। ਸਾਧ ਸੰਗ ਮਿਲ ਪਾਈ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਿਲ ਕੇ ਪਾਇਆ ਜਾ ਸਕਦਾ ਹੈ। ਮਨ ਸੱਚੇ ਭਾਣਾ, ਤੇ ਜੇ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦਾ ਭਾਣਾ ਮੰਨ ਕੇ, ਮਨ ਸੱਚੇ ਭਾਣਾ, ਮਨ ਦਾ ਮਤਲਬ ਮੰਨ ਕੇ, ਸੱਚੇ ਦੀ ਰਜ਼ਾ ਨੂੰ ਮੰਨ ਕੇ, ਗੁਰੂ ਦੀ ਸ਼ਰਨ ਵਿੱਚ ਮਿਲ ਕੇ ਪ੍ਰਭੂ ਨੂੰ ਪਾਇਆ ਜਾਂਦਾ ਹੈ। ਹੁਣ ਦੇਖੋ ਕਿੰਨਾ ਸੌਖਾ ਸਾਧਨ ਹੈ ਕਿ ਸੱਚੇ ਦੇ ਭਾਣੇ ਨੂੰ ਮੰਨਣਾ ਹੈ। ਭਾਣੇ ਦਾ ਮਤਲਬ ਸਿਸਟਮ, ਲਾ ਆਫ ਨੇਚਰ, ਕੁਦਰਤ ਦੀ ਨਿਯਮਾਵਲੀ, ਤੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਿਲਣਾ ਹੈ। ਇਹ ਮੈਂ ਕਈ ਵਾਰ ਆਪਾਂ ਵਿਚਾਰ ਸਾਂਝੀ ਕਰ ਚੁੱਕੇ ਹਾਂ ਕਿ ਮਿਲਣਾ ਕੀ ਹੈ। ਹੁਣ ਸੰਗਤ ਵਿੱਚ ਜਾਂਦੇ ਤੇ ਅਸੀਂ ਰੋਜ਼ ਹਾਂ, ਪਰ ਸੰਗਤ ਵਿੱਚ ਜਾਣਾ ਔਰ ਸੰਗਤ ਵਿੱਚ ਮਿਲਣਾ ਇਹ ਦੋ ਵੱਖਰੀਆਂ ਚੀਜ਼ਾਂ ਨੇ। ਇੱਕ ਪਤਾਸਾ ਔਰ ਇੱਕ ਪੱਥਰ ਦਾ ਟੁਕੜਾ, ਇਹਨਾਂ ਦੋਵਾਂ ਨੂੰ ਪਾਣੀ ਦੇ ਭਰੇ ਟੱਬ ਵਿੱਚ ਪਾ ਦਿਓ ਤੇ 2 ਮਿੰਟ ਬਾਅਦ ਇਹਨਾਂ ਦੋਵਾਂ ਨੂੰ ਬਾਹਰ ਕੱਢੋ, ਕਿ ਦੋਵੇਂ ਨਿਕਲ ਆਉਣਗੇ? ਨਹੀਂ। ਪੱਥਰ 10 ਸਾਲ ਬਾਅਦ ਵੀ ਨਿਕਲ ਆਏਗਾ, ਪਰ ਪਤਾਸਾ ਨਹੀਂ ਨਿਕਲੇਗਾ। ਕਿਉਂ? ਕਿ ਪਤਾਸਾ ਮਿਲ ਗਿਆ ਪਾਣੀ ਵਿੱਚ, ਪੱਥਰ ਬੈਠਾ ਹੈ, ਮਿਲਿਆ ਨਹੀਂ। ਸੰਗਤ ਵਿੱਚ ਵੀ ਦੋ ਕਿਸਮ ਦੇ ਲੋਕ ਨੇ, ਇੱਕ ਪਤਾਸੇ ਦੀ ਤਰ੍ਹਾਂ ਔਰ ਇੱਕ ਪੱਥਰ ਦੀ ਤਰ੍ਹਾਂ। ਇੱਕ ਤਾਂ ਪਤਾਸੇ ਦੀ ਤਰ੍ਹਾਂ ਆਪਣੇ ਆਪ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦਿੰਦੇ ਨੇ, ਆਪਣੀ ਸੋਚ ਨੂੰ, ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਗਏ, ਮਿਲ ਗਏ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ। ਤੇ ਦੂਜੇ ਪੱਥਰ ਦੀ ਤਰ੍ਹਾਂ ਬੈਠੇ ਨੇ, 20 25 25 30 ਸਾਲ ਹੋ ਗਏ ਨੇ ਬਾਣੀ ਪੜ੍ਹਦੇ ਆ, ਗੁਰਦੁਆਰੇ ਆਉਂਦੇ ਆ, ਪਰ ਕੋਈ ਫਰਕ ਨਹੀਂ। ਉਸੇ ਤਰ੍ਹਾਂ ਬੋਲ ਬਾਣੀ ਭੈੜੀ ਹੈ, ਉਸੇ ਤਰ੍ਹਾਂ ਗੁੱਸਾ ਹੈ, ਉਸੇ ਤਰ੍ਹਾਂ ਲੋਭ ਲਾਲਚ ਹੈ, ਉਹੀ ਕਰਮ ਕਾਂਡ ਕਰੀ ਜਾ ਰਹੇ ਨੇ। ਵਹੀ ਬੇਢੰਗੀ ਚਾਲ ਜੋ ਪਹਿਲੇ ਥੀ ਅਬ ਵੀ ਹੈ। ਤਾਂ ਗੱਲ ਮਿਲਣ ਦੀ ਹੈ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਿਲ ਜਾਂਦਾ ਹੈ, ਸਮਰਪਿਤ ਹੋ ਜਾਂਦਾ ਹੈ, ਔਰ ਜੋ ਸੱਚੇ ਦੇ ਭਾਣੇ ਨੂੰ ਮੰਨਦਾ ਹੈ, ਉਹ ਪ੍ਰਭੂ ਨੂੰ ਪਾ ਲੈਂਦਾ ਹੈ, ਉਹ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਨਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਸ ਪ੍ਰਭੂ ਦੀ ਸ਼ਰਨ ਹਾਂ ਔਰ ਉਸ ਤੋਂ ਸਦਾ ਕੁਰਬਾਨ ਹਾਂ। ਇਸ ਲਈ ਸਾਨੂੰ ਵੀ ਸਮਝਾ ਰਹੇ ਨੇ ਕਿ ਇਹ ਨਾਨਕ,
उस प्रभु की शरण आ और उस तो सदा कुर्बान हो, ਉਹਦੇ ਤੋਂ ਸਦਕੇ ਜਾ। ਕੁਰਬਾਨ ਸਦਕੇ ਹੋਣ ਦਾ ਮਤਲਬ ਸਰੈਂਡਰ ਹੋਣਾ, ਆਤਮ ਸਮਰਪਣ ਕਰ ਦੇਣਾ। ਤੇ ਪ੍ਰਭੂ ਦੀ ਸ਼ਰਨ ਦੇ ਅੰਦਰ ਦਾ ਮਤਲਬ ਰੱਬੀ ਰਜ਼ਾ ਦੇ ਵਿੱਚ ਤੁਰਨਾ। ਇਸ ਲਈ ਆਪਣਾ ਆਪਾ ਰੱਬੀ ਗੁਨਾਹ ਤੋਂ ਕੁਰਬਾਨ ਕਰ ਔਰ ਰੱਬੀ ਸ਼ਰਨ ਦੇ ਅੰਦਰ ਤੁਰਨ ਦਾ ਯਤਨ ਕਰ। ਸ਼ਲੋਕ ਮਹਿਲਾ ਪੰਜਵਾਂ। ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਚੇਤਾ ਹੀ ਦਾ ਮਤਲਬ ਜੇ ਤੈਨੂੰ ਯਾਦ ਹੈ, ਅਸੀਂ ਕਹਿੰਦੇ ਹਾਂ ਜੀ ਰੱਬ ਸਭ ਥਾਵਾਂ ਤੇ ਹੈ। ਸਾਰੇ ਹੀ ਲੋਕ ਕਹਿ ਰਹੇ ਨੇ, ਹਿੰਦੂ ਮੁਸਲਮਾਨ ਸਿੱਖ ਆਦਿਕ ਸਾਰੇ ਕਹਿ ਰਹੇ ਨੇ ਕਿ ਸਰਵ ਵਿਆਪਕ ਹੈ, ਰੱਬ ਹਰ ਥਾਂ ਤੇ ਹੈ, ਕਹਿ ਰਹੇ ਨੇ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜੇ ਤੈਨੂੰ ਚੇਤਾ ਹੈ ਕਿ ਮਾਲਕ ਸਭ ਥਾਵਾਂ ਤੇ ਹੈ, ਫਿਰ ਰਹਿਣ ਵਾਲਾ ਹੈ, ਤਾਂ ਚੇਤ ਉਹਨੂੰ ਚਿੱਤ ਵਿੱਚ ਵਸਾ। ਫਿਰ ਉਹਨੂੰ ਆਪਣੇ ਚਿੱਤ ਵਿੱਚ ਵਸਾ, ਆਪਣੀ ਮੈਂਟੈਲਿਟੀ, ਆਪਣੀ ਮਾਨਸਿਕਤਾ, ਆਪਣੀ ਸੋਚ ਦੇ ਅੰਦਰ ਵਸਾ। ਸਾਹਿਬ ਸੱਚਾ ਸੋ ਧਣੀ, ਜੋ ਸੱਚਾ ਹੈ, ਜੋ ਸਾਰਿਆਂ ਦਾ ਮਾਲਕ ਹੈ, ਤਾਂ ਫਿਰ ਚੇਤ ਉਹਨੂੰ ਯਾਦ ਕਿਉਂ ਨਹੀਂ ਕਰਦਾ, ਉਹਨੂੰ ਆਪਣੀ ਯਾਦ ਵਿੱਚ ਕਿਉਂ ਨਹੀਂ ਵਸਾਉਂਦਾ? ਭਾਵ ਕਿ ਉਹਦੀ ਰਜ਼ਾ ਵਿੱਚ ਕਿਉਂ ਨਹੀਂ ਤੁਰਦਾ, ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਿਉਂ ਨਹੀਂ ਕਰਦਾ? ਜੇ ਤੂੰ ਇਹ ਗੱਲ ਕਹਿਣਾ ਹੈ ਕਿ ਪ੍ਰਭੂ ਨਿਰਵੈਰ ਹੈ, ਨਿਰਭਉ ਹੈ, ਸਾਰਿਆਂ ਵਿੱਚ ਵਿਆਪਕ ਹੈ, ਤਾਂ ਫਿਰ ਸਾਰਿਆਂ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਿਉਂ ਨਹੀਂ ਕਰਦਾ? ਫਿਰ ਤੇਰੀ ਬੋਲੀ ਇੰਨੀ ਕਰਖਤ ਕਿਉਂ ਹੈ? ਜੇ ਰੱਬ ਸਾਰਿਆਂ ਵਿੱਚ ਤੇ ਰੱਬ ਤੋਂ ਰਿਸ਼ਵਤ ਕਿਉਂ ਲੈ ਰਿਹਾ ਹੈ? ਕਿਸੇ ਦੇ ਨਾਲ ਜੈਲਸੀ ਕਿਉਂ ਕਰ ਰਿਹਾ ਹੈ? ਬੇਗਾਨੇ ਹੱਕ ਕਿਉਂ ਖਾ ਰਿਹਾ ਹੈ? ਝੂਠ ਕਿਉਂ ਬੋਲ ਰਿਹਾ ਹੈ? ਹੰਕਾਰ ਦੇ ਨਾਲ ਕਿਉਂ ਆਫਰਿਆ ਫਿਰਦਾ ਹੈ? ਚੇਤਾ ਹੀ ਤਾਂ ਚੇਤ, ਫਿਰ ਉਹਨੂੰ ਚੇਤ ਆਪਣੇ ਮਨ ਵਿੱਚ ਵਸਾ, ਉਹਦੇ ਤੇ ਅਮਲ ਕਰ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰ। ਨਾਨਕ ਸਤਿਗੁਰ ਸੇਵ ਚੜ ਬੋਹਿਤ, ਭੌਜਲ ਪਾਰ ਪਉ। ਬੋਹਿਤ ਦਾ ਮਤਲਬ ਜਹਾਜ਼ ਤੇ, ਪਾਰ ਪਉ ਦਾ ਮਤਲਬ ਪਾਰ ਲੰਘ ਜਾ। ਨਾਨਕ ਸਤਿਗੁਰ ਸੇਵ, ਸਤਿਗੁਰ ਸੇਵ ਦਾ ਮਤਲਬ ਸਤਿਗੁਰ ਦੇ ਹੁਕਮ ਵਿੱਚ ਤੁਰ, ਤੇ ਸਤਿਗੁਰ ਦੇ ਹੁਕਮ ਦੇ ਜਹਾਜ਼ ਤੇ ਚੜ ਕੇ ਸਮੁੰਦਰ ਤੋਂ ਪਾਰ ਲੰਘ ਜਾ। ਹੁਣ ਜਹਾਜ਼ ਕਿਹੜਾ ਹੈ? ਜਿਵੇਂ ਸਮੁੰਦਰ ਵਿੱਚੋਂ ਲੰਘਣਾ ਹੋਵੇ ਨਾ, ਤਾਂ ਸਮੁੰਦਰ ਚੋਂ ਲੰਘਣ ਵਾਸਤੇ ਜੇ ਜਹਾਜ਼ ਮਿਲ ਜਾਏ ਤਾਂ ਬੰਦਾ ਸਮੁੰਦਰ ਵਿੱਚ ਤਾਰੀਆਂ ਲਾਉਂਦਾ ਹੈ, ਨਾਲੇ ਇੰਜੋਏ ਕਰਦਾ ਹੈ, ਨਾਲੇ ਸਮੁੰਦਰ ਚੋਂ ਪਾਰ ਲੰਘ ਜਾਂਦਾ ਹੈ। ਤੇ ਜੇ ਬਿਨਾਂ ਜਹਾਜ਼ ਤੋਂ ਸਮੁੰਦਰ ਵਿੱਚ ਛਾਲ ਮਾਰ ਕੇ ਪਾਰ ਲੰਘਣ ਦਾ ਯਤਨ ਕਰੇ ਤਾਂ ਨਾਲ ਦੇ ਨਾਲ ਉਹਨੇ ਡੁੱਬ ਜਾਣਾ, ਘੁੰਮਣ ਕਿਰਿਆਂ 'ਚ ਫਸ ਕੇ ਕੋਈ ਸਮੁੰਦਰੀ ਜੀਵ ਖਾ ਜਾਏਗਾ ਉਹਨੂੰ। ਪਰ ਜੇ ਉਹ ਹੀ ਬੰਦਾ ਕਿਸੇ ਜਹਾਜ਼ ਤੇ ਚੜੇ ਤੇ ਉਸੇ ਸਮੁੰਦਰ ਦੇ ਅੰਦਰ, ਨਾਲੇ ਸਮੁੰਦਰ ਦੇ ਵਿੱਚ ਯਾਤਰਾ ਕਰੇਗਾ, ਇੰਜੋਏ ਕਰੇਗਾ, ਨਾਲ ਸਮੁੰਦਰ ਤੋਂ ਪਾਰ ਲੰਘ ਜਾਏਗਾ ਖੁਸ਼ੀ ਖੁਸ਼ੀ। ਤਾਂ ਇਸੇ ਤਰ੍ਹਾਂ ਜਹਾਜ਼ ਕਿਹੜਾ ਹੈ? ਗੁਰੂ ਦੀ ਸੇਵਾ, ਗੁਰੂ ਦਾ ਗਿਆਨ, ਗੁਰੂ ਦੇ ਗਿਆਨ ਦੇ ਜਹਾਜ਼ ਤੇ ਛੱਡ ਤੇ ਇਸ ਸੰਸਾਰ ਤੋਂ ਪਾਰ ਲੰਘ ਜਾ, ਵਿਕਾਰਾਂ ਤੋਂ ਪਾਰ ਲੰਘ ਜਾ। ਕਿਉਂਕਿ ਅਸੀਂ ਅਗਿਆਨਤਾ ਕਰਕੇ ਡੁੱਬਦੇ ਆ ਨਾ। ਜੋ ਲੋਕ ਰਿਸ਼ਵਤਖੋਰੀ, ਚੋਰ ਬਜ਼ਾਰੀ, ਈਰਖਾ, ਦਵੈਸ਼, ਵੈਰ ਵਿਰੋਧ ਦੇ ਚੱਕਰਾਂ ਵਿੱਚ ਨੇ, ਅਗਿਆਨਤਾ ਵਸ ਨੇ ਨਾ। ਤੇ ਜੇ ਉਹ ਗਿਆਨ ਦੀ ਸਹੀ ਵਰਤੋਂ ਕਰਨ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ, ਤਾਂ ਇਹਨਾਂ ਵਿਕਾਰਾਂ ਚੋਂ ਪਾਰ ਲੰਘ ਸਕਦੇ। ਮਹਿਲਾ ਪੰਜਵਾਂ। ਵਾਊ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਗਰਭ ਦਾ ਮਤਲਬ ਹੰਕਾਰੀ ਬੰਦੇ, ਗਰਭ ਅਹੰਕਾਰ ਵਿੱਚ, ਆਕੜ ਦੇ ਨਾਲ। ਗਵਾਰ ਦਾ ਮਤਲਬ ਮੂਰਖ, ਪਹਿਰੇ ਦਾ ਮਤਲਬ ਪਹਿਰਦੇ ਨੇ। ਵਾਊ ਸੰਦੇ ਕੱਪੜੇ, ਵਾਊ ਸੰਦੇ ਦਾ ਮਤਲਬ ਹਵਾ ਵਰਗੇ, ਯਾਨੀ ਬਰੀਕ ਮਖਮਲੀ, ਬੜੇ ਬਰੀਕ ਕੱਪੜੇ। ਮੂਰਖ ਗਰਭ ਦੇ ਅੰਦਰ ਹੰਕਾਰੀ ਹੋਏ ਬੰਦੇ ਬੜੇ ਕੱਪੜੇ ਸੋਹਣੇ ਸੋਹਣੇ ਬਰੀਕ ਬਰੀਕ ਕੱਪੜੇ ਪਾਉਂਦੇ ਨੇ, ਬੜੇ ਬਰੀਕ ਬਰੀਕ ਕੱਪੜੇ ਪਾਉਂਦੇ ਨੇ। ਅਗਲਾ ਬਚਨ ਕਰਦੇ ਨੇ, ਨਾਨਕ ਨਾਲ ਨਾ ਚੱਲਣੀ, ਜਲ ਬਲ ਹੋਏ ਛਾਰ। ਜਿਹੜੇ ਇਹ ਵਾਊ ਸੰਦੇ ਕੱਪੜੇ, ਜਿਹੜੇ ਬਰੀਕ ਬਰੀਕ ਸੁੰਦਰ ਸੁੰਦਰ ਕੱਪੜੇ ਨੇ, ਪਹਿਨਾਵੇ ਨੇ, ਨਾਲ ਨਾ ਚੱਲਣੀ, ਇਹ ਆਤਮਿਕ ਜੀਵਨ ਵਿੱਚ ਸਾਥ ਨਹੀਂ ਦਿੰਦੇ। ਇਹ ਸਾਨੂੰ ਰੱਬ ਤੱਕ ਨਹੀਂ ਪਹੁੰਚਾਉਂਦੇ, ਸੱਚ ਤੱਕ ਨਹੀਂ ਪਹੁੰਚਾਉਂਦੇ। ਕੱਪੜੇ ਥੋੜਾ ਪਹੁੰਚਾਉਣਗੇ। ਜਲਬਲ ਹੋਏ ਛਾਰ, ਜਲਬਲ ਦਾ ਮਤਲਬ ਵਿਕਾਰਾਂ ਦੇ ਅੰਦਰ ਸੜ ਬਲ ਕੇ ਸੁਆਹ ਹੋਏ ਰਹਿੰਦੇ। ਕੱਪੜੇ ਬੜੇ ਸੁੰਦਰ ਪਾਉਂਦੇ ਨੇ, ਪਹਿਨਾਵਾ ਬੜਾ ਸੁੰਦਰ ਹੈ। ਹੁਣ ਇੱਥੇ ਆਮ ਬੰਦੇ ਦੀ ਗੱਲ ਨਹੀਂ ਹੈ,
ਆ ਜਿਹੜੇ ਧਾਰਮਿਕ ਪਹਿਨਾਵੇ ਸਾਡੇ ਵਰਗੇ ਪਾਈ ਫਿਰਦੇ ਨੇ, ਲੰਬੇ ਲੰਬੇ ਚੋਲੇ, ਬੜੇ ਸੋਹਣੇ ਸੋਹਣੇ ਚੋਲੇ, ਕਿਸੇ ਨੇ ਚਿੱਟੇ ਪਾਏ ਨੇ, ਕਿਸੇ ਨੇ ਕਾਲੇ ਪਾਏ ਨੇ, ਕਿਸੇ ਨੇ ਗੇਰਵੇ ਪਾਏ ਨੇ, ਭਗਵੇਂ ਪਾਏ ਨੇ, ਕਿੰਨੇ ਸਾਰੇ ਪਾਈ ਫਿਰਦੇ ਨੇ ਲੋਕ, ਧਾਰਮਿਕ ਪਹਿਨਾਵੇ ਪਹਿਨੇ ਹੋਏ। ਤੇ ਗੁਰੂ ਜੀ ਕਹਿੰਦੇ ਨੇ ਹੰਕਾਰ ਦੇ ਅੰਦਰ ਇਹ ਲੋਕ ਆਫਰੇ ਹੋਏ ਨੇ। ਗੰਵਾਰ ਦਾ ਮਤਲਬ ਕਮਲੇ ਨੇ। ਹੁਣ ਗੰਵਾਰ ਪਾਗਲ ਬੰਦੇ ਔਰ ਸਿਆਣੇ ਬੰਦੇ ਵਿੱਚ ਫਰਕ ਕੀ, ਇਹ ਗੱਲ ਅਸੀਂ ਕਈ ਵਾਰ ਵਿਚਾਰ ਚੁੱਕੇ ਹਾਂ। ਬਾਹਰੀ ਤੌਰ ਤੇ ਵੇਖੀ ਤੇ ਕੋਈ ਫਰਕ ਨਹੀਂ, ਪਾਗਲ ਵੀ ਬੋਲਦਾ ਹੈ, ਸਿਆਣਾ ਵੀ ਬੋਲਦਾ ਹੈ, ਪਾਗਲ ਵੀ ਖਾਂਦਾ ਹੈ, ਸਿਆਣਾ ਵੀ ਖਾਂਦਾ, ਪਾਗਲ ਵੀ ਤੁਰਿਆ ਫਿਰਦਾ, ਸਿਆਣਾ ਵੀ ਤੁਰਿਆ ਫਿਰਦਾ। ਫਰਕ ਸੇ ਕੇਵਲ ਇੰਨਾ ਹੈ ਕਿ ਸਿਆਣੇ ਬੰਦੇ ਦਾ ਕੋਈ ਗੋਲ ਹੈ, ਉਹਨੂੰ ਪਤਾ ਹੈ ਮੈਂ ਕਿੱਧਰੋਂ ਆਇਆ ਕਿੱਧਰ ਜਾ ਰਿਹਾ। ਕਮਲਾ ਵਿਚਾਰਾ ਤੁਰਿਆ ਫਿਰਦਾ ਹੁੰਦਾ, ਉਹਨੂੰ ਪਤਾ ਨਹੀਂ ਕਿੱਧਰੋਂ ਆਇਆ ਕਿੱਧਰ ਜਾ ਰਿਹਾ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਬਹੁਤ ਸਾਰੇ ਲੋਕ ਧਾਰਮਿਕ ਪਹਿਨਾਵੇ ਬੜੇ ਸੁੰਦਰ ਸੁੰਦਰ ਪਾਉਂਦੇ ਨੇ, ਪਰ ਅਹੰਕਾਰ ਦੇ ਅੰਦਰ ਆਫਰੇ ਹੁੰਦੇ ਨੇ। ਇਹ ਜਿਹੜੇ ਧਾਰਮਿਕ ਪਹਿਨਾਵੇ, ਬਰੀਕ ਬਰੀਕ ਸੁੰਦਰ ਕੱਪੜੇ ਨੇ, ਇਹ ਕਿਸੇ ਦੇ ਆਤਮਿਕ ਜੀਵਨ ਵਿੱਚ ਸਾਥ ਨਹੀਂ ਦਿੰਦੇ, ਤੇ ਉਹ ਸੱਚ ਦੇ ਨਾਲੋਂ ਟੁੱਟ ਕੇ ਸੜ ਬਲ ਕੇ ਸੁਆਹ ਹੋ ਜਾਂਦੇ ਨੇ, ਹੋਏ ਰਹਿੰਦੇ ਨੇ, ਵਿਕਾਰਾਂ ਦੇ ਅੰਦਰ ਰਾਖ ਹੋਈ ਰਹਿੰਦੇ। ਪੌੜੀ ਸਹੀ ਉਬਰੇ ਜਗ੍ਹਾ ਵਿੱਚ ਜੋ ਸੱਚੈ ਰੱਖੇ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਗਤ ਦੇ ਅੰਦਰ ਉਹ ਮਨੁੱਖ ਬਚੇ ਨੇ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ। ਜਿਹੜੇ ਵਾਉਸਨ ਦੇ ਕੱਪੜੇ ਪਹਿਨਣ ਵਾਲੇ ਨੇ ਨਾ, ਪਹਿਨਾਵਾ ਪਹਿਨਣ ਵਾਲੇ, ਕੇਵਲ ਪਹਿਨਾਵੇ ਕਰਕੇ ਨਹੀਂ ਉਹ ਲੋਕ ਬਚੇ। ਜੇ ਤਾਂ ਸਿਰਫ ਪਹਿਨਾਵਾ ਪਹਿਨਣ ਦੇ ਨਾਲ ਰੱਬ ਮਿਲਦਾ ਹੋਵੇ, ਇਨਸਾਨੀਅਤ ਪੈਦਾ ਹੁੰਦੀ ਹੋਵੇ, ਸਮਾਜ ਦਾ ਭਲਾ ਹੁੰਦਾ ਹੋਵੇ, ਤਾਂ ਇਹ ਤਾਂ ਬਹੁਤ ਸੌਖਾ ਕੰਮ ਹੈ, ਤਾਂ ਬੜਾ ਸੌਖਾ ਕੰਮ ਹੈ। ਸਾਰੇ ਹੀ ਲੋਕ ਧਾਰਮਿਕ ਪਹਿਨਾਵਾ ਪਹਿਨ ਲੈਣ, ਔਰ ਲੋਕਾਂ ਨੇ ਪਹਿਨੇ ਵੀ ਹੋਏ ਨੇ। ਆਪੋ ਆਪਣੇ ਧਰਮ ਦੇ ਪਹਿਨਾਵੇ, ਆਪੋ ਆਪਣੇ ਧਰਮ ਦੇ ਚਿੰਨ੍ਹ ਲੋਕਾਂ ਨੇ ਧਾਰਨ ਕੀਤੇ ਨੇ। ਕਿੰਨੇ ਸਾਰੇ ਸੰਤ ਬਾਬੇ ਨੇ ਜਿਹੜੇ ਪਹਿਨਾਵੇ ਪਹਿਨ ਕੇ ਫਿਰਦੇ ਨੇ, ਲੇਕਿਨ ਪਹਿਨਾਵੇ ਦੇ ਨਾਲ ਸਮਾਜ ਦਾ ਤੇ ਕੋਈ ਫਰਕ ਨਹੀਂ ਨਾ ਪਿਆ। ਕੋਈ ਰਿਸ਼ਵਤਖੋਰੀ ਨਹੀਂ ਮਿਟੀ, ਕੋਈ ਚੋਰ ਬਜ਼ਾਰੀ ਨਹੀਂ ਮਿਟੀ। ਪਹਿਨਾਵੇ ਦੇ ਨਾਲ ਅੰਧ ਵਿਸ਼ਵਾਸ ਨਹੀਂ ਮਿਟੇ, ਸਗੋਂ ਇਹ ਪਹਿਨਾਵਾ ਤਾਂ ਅੰਧ ਵਿਸ਼ਵਾਸਾਂ ਦਾ ਹੋਰ ਕਾਰਨ ਬਣ ਗਿਆ। ਇਸ ਲਈ ਕੇਵਲ ਬਾਹਰੀ ਵਿਖਾਵੇ ਦੇ ਨਾਲ, ਬਾਹਰੀ ਪਹਿਨਾਵਾ ਪਹਿਨਣ ਦੇ ਨਾਲ ਕੋਈ ਵਿਕਾਰਾਂ ਤੋਂ ਨਹੀਂ ਬਚਦਾ। ਵਿਕਾਰਾਂ ਤੋਂ ਉਹ ਬਚਦਾ ਜਿਹਨੂੰ ਸੱਚਾ ਪ੍ਰਭੂ ਰੱਖਦਾ ਹੈ, ਯਾਨੀ ਜੋ ਪ੍ਰਭੂ ਦੀ ਰਾਖੀ ਵਿੱਚ ਹੈ, ਜੋ ਪ੍ਰਭੂ ਦੀ ਸ਼ਰਨ ਵਿੱਚ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੈ। ਉਹ ਇਨਸਾਨ ਇਸ ਜਗਤ ਦੇ ਅੰਦਰ ਵਿਕਾਰਾਂ ਤੋਂ ਔਰ ਆਤਮਿਕ ਮੌਤ ਤੋਂ ਬਚਦੇ ਨੇ। ਮੂੰਹ ਡਿਠੈ ਤਿਨ ਕੈ ਜੀਵੀਐ, ਹਰ ਅੰਮ੍ਰਿਤ ਚਖੈ। ਮੂੰਹ ਡਿਠੈ, ਉਹਨਾਂ ਦਾ ਮੂੰਹ ਵੇਖਿਆ, ਦਰਸ਼ਨ ਕੀਤਿਆਂ। ਇੱਥੇ ਮੂੰਹ ਡਿਠੇ ਦਾ ਮਤਲਬ ਹੈ ਉਹਨਾਂ ਦੇ ਨਾਲ ਮੇਲ ਜੋਲ ਰੱਖਿਆ। ਮੂੰਹ ਡਿਠੇ ਦਰਸ਼ਨ ਕਰਨਾ, ਮਿਲਣਾ। ਕਈ ਦਾ ਨਹੀਂ ਯਾਰ ਕਦੇ ਦਰਸ਼ਨ ਹੀ ਦੇ ਜਾਓ, ਕਦੇ ਦਰਸ਼ਨ ਹੀ ਨਹੀਂ ਦਿੱਤੇ ਤੁਸੀਂ, ਮਤਲਬ ਕਦੇ ਮਿਲਣ ਨਹੀਂ ਆਏ। ਮੂੰਹ ਡਿਠੇ ਦਾ ਮਤਲਬ ਮਿਲਣਾ, ਸੰਗਤ ਕਰਨੀ। ਐਸੇ ਲੋਕਾਂ ਦੀ ਸੰਗਤ ਕਰਨ ਦੇ ਨਾਲ ਜੀਵੀਏ ਦਾ ਮਤਲਬ ਆਤਮਿਕ ਜੀਵਨ ਜੀਵੀਦਾ ਹੈ। ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਵਿਕਾਰਾਂ ਤੋਂ ਬਚਾਇਆ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰ ਰਹੇ ਨੇ, ਜਿਨ੍ਹਾਂ ਦੇ ਅੰਦਰ ਵਿਖਾਵਾ ਨਹੀਂ ਹੈ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਨੇ, ਐਸੇ ਲੋਕਾਂ ਦੀ ਸੰਗਤ ਵਿੱਚ ਮਿਲ ਕੇ ਜੀਵੀਏ ਦਾ ਮਤਲਬ ਆਤਮਿਕ ਜ਼ਿੰਦਗੀ ਜੀਵੀ ਦੀ ਹੈ, ਆਤਮਿਕ ਜੀਵਨ ਮਿਲਦਾ ਹੈ। ਹਰ ਅੰਮ੍ਰਿਤ ਚਖੇ, ਤੇ ਅੰਮ੍ਰਿਤ ਦਾ ਮਤਲਬ ਹੈ ਆਤਮਿਕ ਜੀਵਨ ਦੇਣ ਵਾਲੇ ਜੋ ਗੁਣ ਨੇ। ਆਤਮਿਕ ਜੀਵਨ, ਚਖੇ ਦਾ ਮਤਲਬ ਚਖ ਲਈਦਾ ਹੈ, ਆਤਮਿਕ ਜੀਵਨ ਦਾ ਆਨੰਦ ਮਾਣ ਲਈਦਾ ਹੈ। ਹੁਣ ਇਹ ਗੱਲ ਥੋੜੀ ਜਿਹੀ ਸਮਝਣ ਵਾਲੀ ਹੈ ਕਿ ਗੁਣਾਂ ਨੂੰ ਚਖਣਾ ਕਿਵੇਂ ਹੈ। ਜਿਵੇਂ ਸਿੰਪਲ ਗੱਲ ਹੈ ਕਿ ਅਸੀਂ ਕੋਈ ਸਬਜ਼ੀ ਚੱਖੀ ਤਾਂ ਸਬਜ਼ੀ ਦੇ ਸਵਾਦ ਦਾ ਸਾਨੂੰ ਪਤਾ ਹੋਏਗਾ, ਨਮਕ ਘੱਟ ਹੈ, ਮਿਰਚ ਘੱਟ ਹੈ, ਸਵਾਦ ਹੈ, ਬੇਸਵਾਦੀ ਹੈ, ਕਿਸ ਤਰ੍ਹਾਂ ਦੀ ਹੈ, ਲੂਣੀ ਹੈ, ਮਿੱਠੀ ਹੈ। ਜਦੋਂ ਅਸੀਂ ਚੱਖਾਂਗੇ ਤੇ ਪਤਾ ਲੱਗੇਗਾ। ਇਸੇ ਤਰ੍ਹਾਂ ਜਦੋਂ ਅਸੀਂ ਸੱਚਾ ਜੀਵਨ ਜੀਵਾਂਗੇ ਮਨ ਬਚਨ ਕਰਮ ਕਰਕੇ, ਤਾਂ ਸੱਚੇ ਜੀਵਨ ਦਾ ਜਿਹੜਾ ਸੁੱਖ ਹੈ ਤਾਂ ਹੀ ਮਿਲੇਗਾ ਨਾ ਜੇ ਸੱਚੀ ਜ਼ਿੰਦਗੀ ਜੀਵਾਂਗੇ। ਜੇ ਅਸੀਂ ਪਿਆਰ ਵਾਲੀ ਜ਼ਿੰਦਗੀ ਜੀਵਾਂਗੇ, ਪਰਸਪਰ ਪਿਆਰ ਕਰਾਂਗੇ ਇੱਕ ਦੂਜੇ ਨਾਲ ਸੱਚਾ, ਦਿਲੋਂ ਤਨੋਂ ਮਨੋਂ, ਤੇ ਪ੍ਰੇਮ ਦੇ ਨਾਲ ਰਹਿਣ ਨਾਲ ਜਿਹੜਾ ਸੁੱਖ ਮਿਲਦਾ ਹੈ ਉਹ ਤੇ ਤਾਂ ਹੀ ਅਸੀਂ ਉਹਦਾ ਆਨੰਦ ਮਾਣਾਂਗੇ ਨਾ ਜੇ ਪਿਆਰ ਦੇ ਨਾਲ ਜੀਵਾਂਗੇ।
ਤੇ ਜੇ ਅਸੀਂ ਇੱਕ ਦੂਜੇ ਨਾਲ ਈਰਖਾ ਕਰ ਰਹੇ ਹਾਂ ਤੇ ਉਤੋਂ ਕਹਿੰਦੇ ਹੋਵੇ ਕਿ ਮੈਂ ਤੁਹਾਡੇ ਨਾਲ ਪਿਆਰ ਕਰਨਾ, ਤਾਂ ਪਿਆਰ ਦਾ ਸੁੱਖ ਥੋੜੇ ਮਾਣ ਸਕਾਂਗੇ, ਈਰਖਾ ਦਾ ਸੁੱਖ ਮਾਣ ਰਹੇ ਹਾਂ, ਕਿਉਂਕਿ ਅੰਦਰ ਈਰਖਾ ਹੈ। ਇਸ ਲਈ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੇ ਨਾਲ ਮਿਲਿਆ, ਉਹਨਾਂ ਦੀ ਸੰਗਤ ਕੀਤਿਆਂ, ਉਹਨਾਂ ਰਾਹਾਂ ਤੇ ਤੁਰਿਆ ਅੰਮ੍ਰਿਤ ਚਖ ਲਈਦਾ, ਆਤਮਿਕ ਜੀਵਨ ਦਾ ਸਵਾਦ ਮਾਣ ਲਈਦਾ, ਕਿਉਂਕਿ ਫਿਰ ਅਸੀਂ ਵੀ ਉਸ ਟਾਈਪ ਦੀ ਜ਼ਿੰਦਗੀ ਜੀਂਦੇ ਹਾਂ। ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਪਖੇ, ਇਹਨੂੰ ਸਾਧਾ ਨਹੀਂ ਪੜਨਾ, ਬਿੰਦੀ ਲਾ ਕੇ ਸਾਧਾਂ ਪਖੇ, ਪਖੇ ਦਾ ਮਤਲਬ ਖਾਦੇ ਜਾਂਦੇ ਨੇ, ਮੁੱਕ ਜਾਂਦੇ ਨੇ। ਇੱਥੇ ਸਾਧ ਦਾ ਮਤਲਬ ਹੈ ਇਹੋ ਜਿਹੇ ਜੋ ਗੁਰਮੁਖ ਜਨ ਨੇ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰ ਰਹੇ ਨੇ, ਜਿਨ੍ਹਾਂ ਦੀ ਗੱਲ ਪਿੱਛੇ ਕੀਤੀ ਹੈ। ਕੋਈ ਚੋਲੇ ਵਾਲੇ ਸਾਧ ਬਾਬੇ ਦੀ ਗੱਲ ਨਹੀਂ ਹੈ। ਸਾਧ ਦਾ ਮਤਲਬ ਜਿਸ ਨੇ ਆਪਣੇ ਆਪ ਨੂੰ ਸਾਧ ਲਿਆ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰ ਰਿਹਾ ਹੈ। ਗੁਰਸਿੱਖ ਕਹੋ, ਸਾਧ ਕਹੋ, ਜਾਂ ਉਹਨੂੰ ਪੰਚ ਕਹੋ, ਜਾਂ ਉਹਨੂੰ ਸਚਿਆਰ ਕਹੋ। ਇੱਥੇ ਸਾਧ ਦਾ ਮਤਲਬ ਸਚਿਆਰ। ਸੰਗ ਸਾਧਾਂ, ਜਿਹੜੇ ਸਚਿਆਰ ਇਨਸਾਨ ਨੇ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕਾਮ ਕ੍ਰੋਧ ਲੋਭ ਮੋਹ ਇਹ ਖਤਮ ਹੋ ਜਾਂਦੇ ਨੇ, ਯਾਨੀ ਇਹਨਾਂ ਤੇ ਕੰਟਰੋਲ ਹੋ ਜਾਂਦਾ ਹੈ। ਜਦੋਂ ਅਸੀਂ ਚੰਗੇ ਇਨਸਾਨਾਂ ਦੀ ਸੰਗਤ ਵਿੱਚ ਰਹਾਂਗੇ ਤਾਂ ਫਿਰ ਸਾਨੂੰ ਹਰ ਧੀ ਭੈਣ ਆਪਣੀ ਧੀ ਭੈਣ ਨਜ਼ਰੀ ਆਏਗੀ। ਫਿਰ ਕੰਨਾਂ ਨਾਲ ਅਸੀਂ ਸੱਚ ਸੁਣਾਂਗੇ, ਜ਼ਬਾਨ ਨਾਲ ਅਸੀਂ ਸੱਚ ਬੋਲਾਂਗੇ। ਕ੍ਰੋਧ ਸਾਡਾ ਕੰਟਰੋਲ ਵਿੱਚ ਆ ਜਾਏਗਾ। ਹੁਣ ਕ੍ਰੋਧ ਖਤਮ ਨਹੀਂ ਹੁੰਦਾ, ਕ੍ਰੋਧ ਨੂੰ ਕੰਟਰੋਲ ਕਰਨਾ ਹੈ, ਇਹਦੀ ਵਰਤੋਂ ਠੀਕ ਕਰਨੀ ਹੈ, ਤਾਂ ਕ੍ਰੋਧ ਕੰਟਰੋਲ ਵਿੱਚ ਆ ਜਾਏਗਾ ਜਦੋਂ ਅਸੀਂ ਸੱਚੇ ਇਨਸਾਨਾਂ ਦੇ ਨਾਲ ਰਹਾਂਗੇ, ਸੱਚੀ ਜ਼ਿੰਦਗੀ ਜੀਵਾਂਗੇ, ਤਾਂ ਕ੍ਰੋਧ ਕੰਟਰੋਲ ਹੋ ਜਾਏਗਾ। ਹੁਣ ਦੇਖੋ, ਕ੍ਰੋਧ ਕੰਟਰੋਲ ਦਾ ਔਰ ਸੱਚ ਦਾ ਕੀ ਸੰਬੰਧ ਹੈ। ਜੇ ਅਸੀਂ ਸੱਚ ਨੂੰ ਜਾਣ ਲਈਏ ਨਾ, ਸੱਚ ਨੂੰ ਸਮਝ ਲਈਏ, ਤਾਂ ਕਾਫੀ ਪਰਸੈਂਟੇਜ ਦੇ ਨਾਲ ਸੱਚ ਦੇ ਕ੍ਰੋਧ ਦੇ ਉੱਤੇ ਕੰਟਰੋਲ ਪਾਇਆ ਜਾ ਸਕਦਾ ਹੈ। ਸੱਚ ਨੂੰ ਜੇ ਕੋਈ ਸਮਝ ਕੇ ਅਪਣਾ ਲੈ। ਕਿਵੇਂ? ਮੰਨ ਲਓ ਤੁਸੀਂ ਮੈਨੂੰ ਚੋਰ ਕਿਹਾ ਕਿ ਮੋਹਰ ਸਿੰਘ ਚੋਰ ਹੈ, ਤਾਂ ਹੁਣ ਮੈਨੂੰ ਗੁੱਸਾ ਤੇ ਆਉਣਾ ਚਾਹੀਦਾ, ਤੁਹਾਨੂੰ ਚੋਰ ਨਹੀਂ ਕਹਿਣਾ ਚਾਹੀਦਾ। ਮੈਨੂੰ ਗੁੱਸਾ ਆਏਗਾ ਚੋਰ ਕਹੋਗੇ, ਪਰ ਕਦੋਂ ਆਏਗਾ? ਜਦੋਂ ਮੈਂ ਸੱਚ ਦੇ ਨਾਲ ਨਹੀਂ ਜੁੜਿਆ ਹੋਵਾਂਗਾ। ਜੇ ਮੈਂ ਸੱਚ ਨਾਲ ਜੁੜਿਆ ਤਾਂ ਚੋਰ ਕਹਿਣ ਨਾਲ ਮੈਨੂੰ ਗੁੱਸਾ ਨਹੀਂ ਆਣਾ, ਕਿਉਂਕਿ ਜੇ ਤੇ ਮੈਂ ਚੋਰ ਹਾਂ, ਤੁਹਾਡੀ ਚੋਰੀ ਕੀਤੀ ਹੈ, ਤੁਸੀਂ ਮੈਨੂੰ ਕਿਹਾ ਚੋਰ, ਤਾਂ ਮੈਨੂੰ ਗੁੱਸਾ ਆਣਾ ਹੀ ਨਹੀਂ ਚਾਹੀਦਾ, ਕਿਉਂਕਿ ਸੱਚ ਹੈ, ਮੈਂ ਚੋਰੀ ਕੀਤੀ, ਇਹਦੇ ਵਿੱਚ ਗੁੱਸੇ ਵਾਲੀ ਕਿਹੜੀ ਗੱਲ ਹੈ। ਜੇ ਮੈਂ ਸੱਚ ਦਾ ਧਾਰਨੀ ਹਾਂ ਅੰਦਰੋਂ, ਤਾਂ ਮੈਨੂੰ ਗੁੱਸਾ ਨਹੀਂ ਆਣਾ ਚਾਹੀਦਾ, ਕਿਉਂਕਿ ਮੈਂ ਚੋਰੀ ਕੀਤੀ ਹੈ। ਤੁਸੀਂ ਮੈਨੂੰ ਚੋਰ ਕਹਿ ਰਹੇ ਹੋ ਤਾਂ ਇਹਦੇ ਵਿੱਚ ਗੁੱਸੇ ਵਾਲੀ ਤੇ ਕੋਈ ਗੱਲ ਨਹੀਂ, ਕਿਉਂਕਿ ਮੈਂ ਹੈ ਹੀ ਚੋਰ ਹਾਂ। ਤੇ ਜੇ ਮੈਂ ਚੋਰੀ ਨਹੀਂ ਕੀਤੀ ਤੇ ਮੈਂ ਸੱਚ ਦੇ ਨਾਲ ਜੁੜਿਆ ਤੇ ਤੁਸੀਂ ਮੈਨੂੰ ਕਿਹਾ ਚੋਰ, ਤਾਂ ਮੈਨੂੰ ਗੁੱਸਾ ਆਉਣਾ ਹੀ ਨਹੀਂ ਚਾਹੀਦਾ, ਕਿਉਂਕਿ ਮੈਂ ਸੱਚ ਨਾਲ ਜੁੜਿਆ। ਇਹ ਗੱਲ ਸੱਚੀ ਹੈ ਹੀ ਨਹੀਂ, ਮੈਂ ਚੋਰ ਹੈ ਹੀ ਨਹੀਂ, ਤੇ ਮੈਨੂੰ ਗੁੱਸਾ ਕਾਹਦਾ? ਜਦੋਂ ਮੈਂ ਚੋਰ ਹੈ ਹੀ ਨਹੀਂ, ਮੈਨੂੰ ਪਤਾ ਹੈ ਮੈਂ ਚੋਰ ਨਹੀਂ, ਤੇ ਗੁੱਸਾ ਕਾਹਦਾ? ਮੈਂ ਤੁਹਾਨੂੰ ਪ੍ਰੇਮ ਨਾਲ ਕਹਿ ਸਕਦਾ ਵੀਰ ਜਾਂ ਭੈਣ ਵੀ ਮੈਂ ਚੋਰੀ ਨਹੀਂ ਕੀਤੀ। ਜੇ ਤੁਹਾਨੂੰ ਸ਼ੱਕ ਹੈ ਤਾਂ ਮੇਰੀ ਔਰ ਮੇਰੇ ਘਰ ਦੀ ਤਲਾਸ਼ੀ ਲੈ ਲਓ, ਜਿੱਥੋਂ ਤਸੱਲੀ ਹੁੰਦੀ ਹੈ ਤੁਸੀਂ ਤਸੱਲੀ ਕਰ ਲਓ, ਔਰ ਜੇ ਤੁਸੀਂ ਪ੍ਰੂਵ ਕਰ ਦੋਗੇ ਤੇ ਮੈਂ ਤੁਹਾਡਾ ਹਰਜਾਨਾ ਭਰ ਦਿਆਂਗਾ। ਗੱਲ ਤਾਂ ਇੰਨੀ ਕੁ ਹੈ, ਜੇ ਬੰਦਾ ਸੱਚ ਦੇ ਨਾਲ ਜੁੜ ਜਾਏਗਾ, ਕ੍ਰੋਧ ਤੇ ਕੰਟਰੋਲ ਹੋ ਜਾਏਗਾ, ਲੋਭ ਤੇ ਕੰਟਰੋਲ ਹੋ ਜਾਏਗਾ। ਕਿਉਂਕਿ ਲੋਭ ਤਾਂ ਹੀ ਅਸੀਂ ਨਜਾਇਜ਼ ਢੰਗਾਂ ਦੇ ਨਾਲ ਕੰਮ ਕਰਦੇ ਹਾਂ ਨਾ, ਕਿਸੇ ਚੀਜ਼ ਨੂੰ ਨਜਾਇਜ਼ ਢੰਗਾਂ ਨਾਲ ਪ੍ਰਾਪਤ ਕਰਨ ਦਾ ਨਾਮ ਲੋਭ ਹੈ। ਤੇ ਜਿਹੜਾ ਬੰਦਾ ਸੱਚ ਦੇ ਨਾਲ ਜੁੜਿਆ ਹੋਏਗਾ, ਉਹ ਬੰਦਾ ਗਲਤ ਕੰਮ ਕਰੇਗਾ ਹੀ ਨਹੀਂ, ਲੋਭ ਤੇ ਕੰਟਰੋਲ ਹੋ ਜਾਏਗਾ, ਮੋਹ ਸੈਲਫਿਸ਼ਨੈਸ ਤੇ ਕੰਟਰੋਲ ਹੋ ਜਾਏਗਾ। ਜਿਹੜਾ ਬੰਦਾ ਸੱਚ ਨਾਲ ਜੁੜਿਆ ਹੋਏਗਾ ਨਾ, ਤਾਂ ਮੈਨੂੰ ਸਮਝ ਹੋਏਗੀ ਕਿ ਜਿਵੇਂ ਮੇਰੇ ਬੱਚੇ ਨੇ ਉਵੇਂ ਤੁਹਾਡੇ ਬੱਚੇ ਨੇ। ਫਿਰ ਮੈਂ ਆਪਣੇ ਅੰਦਰ ਸੈਲਫਿਸ਼ਨੈਸ ਪੈਦਾ ਨਹੀਂ ਹੋਣ ਦਿਆਂਗਾ। ਫਿਰ ਮੈਂ ਆਪਣੇ ਬੱਚਿਆਂ ਵਾਸਤੇ ਤੁਹਾਡੇ ਬੱਚਿਆਂ ਦਾ ਖੂਨ ਨਹੀਂ ਪੀਵਾਂਗਾ, ਕਿਉਂਕਿ ਸੱਚ ਹੈ ਨਾ। ਇਸ ਲਈ ਸੰਗ ਸਾਧਾਂ ਦਾ ਮਤਲਬ ਜਿਹੜੇ ਸਚਿਆਰ ਲੋਕ ਨੇ, ਉਹਨਾਂ ਦੀ ਸੰਗਤ ਕਰਨ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਆਦਿਕ ਜਿਹੜੇ ਨੇ ਉਹ ਕੰਟਰੋਲ ਵਿੱਚ ਆ ਜਾਂਦੇ ਨੇ। ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ, ਜਿਨ੍ਹਾਂ ਤੇ ਪ੍ਰਭੂ ਆਪਣੀ ਕਿਰਪਾ ਕਰਦਾ ਉਹਨਾਂ ਨੂੰ ਆਪ ਪਰਖ ਲੈਂਦਾ। ਪਰਖ ਦਾ ਮਤਲਬ ਉਹਨਾਂ ਨੂੰ ਆਪ ਪ੍ਰਵਾਨ ਕਰ ਲੈਂਦਾ।
ਜਿਹੜੀ ਚੀਜ਼ ਪਰਖੀ ਜਾਂਦੀ ਹੈ ਨਾ, ਹੁਣ ਅਸੀਂ ਬੈਂਕ ਵਿੱਚ ਜਾਈਏ ਤਾਂ ਇੱਥੇ ਹੁਣ ਜਦੋਂ 50 ਦਾ ਤੁਸੀਂ ਖਾਸ ਕਰਕੇ 50 ਪਾਉਂਡ ਦਾ ਨੋਟ ਜਮ੍ਹਾਂ ਕਰਾਉਂਦੇ ਹੋ ਨਾ, ਖਾਸ ਕਰਕੇ ਤਾਂ ਜਿਹੜੀਆਂ ਬੈਂਕ ਵਿੱਚ ਕੁੜੀਆਂ ਮੁੰਡੇ ਬੈਠੇ ਹੁੰਦੇ ਨੇ ਆਪਣਾ ਡਿਊਟੀ ਤੇ, ਤਾਂ ਪੈਨਸਿਲ ਲਾ ਕੇ ਦੇਖਦੇ ਨੇ ਨਾ ਕਿ ਇਹ ਨਕਲੀ ਤੇ ਨਹੀਂ। ਖਾਸ ਕਰਕੇ 50 ਦਿਨ ਤੇ 20 ਦਿਨ ਵੇਖਦੇ ਨੇ ਨਾ, ਨਕਲੀ ਤਾਂ ਨਹੀਂ। ਜੇ ਉਹ ਨਕਲੀ ਹੋਏਗਾ ਤੁਹਾਡੇ ਹੱਥ ਵਾਪਸ ਫੜਾ ਦੇਣਗੇ, ਤੇ ਜੇ ਉਹ ਖਰਾ ਹੋਏਗਾ ਤੇ ਉਹਨੂੰ ਜਮ੍ਹਾਂ ਕਰ ਲੈਣਗੇ। ਹਰ ਆਪ ਪਰਖੇ, ਪ੍ਰਭੂ ਆਪ ਕਿਰਪਾ ਕਰਦਾ ਹੈ ਔਰ ਆਪ ਪਰਖਦਾ ਹੈ। ਜਿਹੜੇ ਖਰੇ ਨੇ ਉਹ ਰੱਬੀ ਖਜ਼ਾਨੇ ਵਿੱਚ ਪੈ ਜਾਂਦੇ ਨੇ, ਖੋਟੇ ਬਾਹਰ ਰਹਿ ਜਾਂਦੇ ਨੇ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਰੱਬੀ ਦਰ ਤੇ ਪ੍ਰਵਾਨ ਹੋਈਏ ਤਾਂ ਫਿਰ ਸਾਨੂੰ ਖਰੇ ਬਣਨਾ ਚਾਹੀਦਾ ਹੈ, ਕਿਉਂਕਿ ਇਸ ਚੀਜ਼ ਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ। ਅਸੀਂ ਡੁਪਲੀਕੇਟ ਕਰੰਸੀ ਨਹੀਂ ਲਵਾਂਗੇ ਨਾ, ਜੇ ਤੂੰ ਸਾਨੂੰ ਦੇਵੇ ਤਾਂ ਜੇ ਅਸੀਂ ਡੁਪਲੀਕੇਟ ਕਰੰਸੀ ਨਹੀਂ ਲਵਾਂਗੇ, ਨਹੀਂ ਲੈਣੀ ਚਾਹੀਦੀ, ਕਿਉਂਕਿ ਉਹਦੀ ਕੋਈ ਵੈਲਿਊ ਨਹੀਂ ਹੈ ਨਾ। ਤੇ ਇਸੇ ਤਰ੍ਹਾਂ ਜੇ ਅਸੀਂ ਡੁਪਲੀਕੇਟ ਹਾਂ, ਅਸੀਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹਾਂ, ਤੇ ਜੇ ਦੂਜਾ ਬੰਦਾ ਸਾਨੂੰ ਪ੍ਰਵਾਨ ਨਾ ਕਰੇ, ਸਾਡਾ ਆਦਰ ਸਤਿਕਾਰ ਨਾ ਕਰੇ, ਤੇ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਵੀ ਤੇ ਡੁਪਲੀਕੇਟ ਕਰੰਸੀ ਨਹੀਂ ਲੈਂਦੇ। ਤੇ ਜੇ ਮੈਂ ਡੁਪਲੀਕੇਟ ਕਰੰਸੀ ਨਹੀਂ ਲੈ ਰਿਹਾ, ਤੇ ਮੈਂ ਜੇ ਡੁਪਲੀਕੇਟ ਆ, ਤਾਂ ਅਗਲਾ ਬੰਦਾ ਮੈਨੂੰ ਪ੍ਰਵਾਨ ਕਿਵੇਂ ਕਰੇ, ਮੈਨੂੰ ਮਾਣ ਆਦਰ ਕਿਵੇਂ ਦੇਵੇ, ਆਪਣੇ ਦਿਲ ਵਿੱਚ ਕਿਵੇਂ ਵਸਾਏ। ਇਸ ਲਈ ਪ੍ਰਭੂ ਦੇ ਦਰ ਦੇ ਉੱਤੇ ਉਹ ਪ੍ਰਵਾਨ ਹੁੰਦਾ ਹੈ ਜੋ ਸੱਚ ਦੇ ਰਾਹਾਂ ਤੇ ਤੁਰਦਾ ਹੈ। ਨਾਨਕ ਚਲਤ ਨਾ ਜਾਪਨੀ, ਉਹ ਸਕੈ ਨਾ ਲਖੇ। ਲਖੇ, ਇਹਨੂੰ ਲਖੇ ਨਹੀਂ ਪੜਨਾ, ਲਖੇ ਓਲਾ ਬੋਲਣਾ ਹੈ। ਲਖੇ ਦਾ ਮਤਲਬ ਹੁੰਦਾ ਹੈ ਲਖਣਾ, ਵੇਖਣਾ। ਚਲਤ ਦਾ ਮਤਲਬ ਕੌਤਕ। ਨਾ ਜਾਪਨੀ, ਨਾ ਜਾਪਨੀ ਦਾ ਮਤਲਬ ਸਮਝੇ ਨਹੀਂ ਜਾਂਦੇ, ਕਿ ਪ੍ਰਭੂ ਦੇ ਜੋ ਕੌਤਕ ਨੇ ਉਹ ਸਮਝੇ ਨਹੀਂ ਜਾਂਦੇ। ਭਾਵ ਸਮਝੇ ਨਹੀਂ ਜਾਂਦੇ ਦਾ ਮਤਲਬ ਕਿ ਉਹਦਾ ਅੰਤ ਨਹੀਂ ਪੈਂਦਾ। ਜੋ ਪ੍ਰਭੂ ਦੇ ਕੌਤਕ ਨੇ, ਜੋ ਪ੍ਰਭੂ ਦਾ ਸੰਸਾਰ ਹੈ, ਗੁਣ ਨੇ, ਸ਼ਕਤੀ ਹੈ, ਹੁਕਮ ਰਜ਼ਾ ਹੈ, ਕਿੰਨਾ ਵਿਸਥਾਰ ਹੈ, ਇਹਦਾ ਅੰਤ ਨਹੀਂ ਪੈਂਦਾ। ਉਹ ਅਨੰਤ ਹੈ, ਉਹਦੇ ਕੌਤਕ ਅਨੰਤ ਨੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਅੱਜ ਦੀ ਵਿਚਾਰ ਮੁਤਾਬਕ ਉਹ ਇਨਸਾਨ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਉਹ ਇਨਸਾਨ ਜਿਹੜਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ। ਔਰ ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲਦਾ ਹੈ, ਉਹ ਇਨਸਾਨ ਪ੍ਰਭੂ ਦੀ ਰਜ਼ਾ ਤੋਂ ਜਿਹੜਾ ਵਾਂਝਾ ਹੈ, ਉਹ ਇਨਸਾਨ ਜਿਹੜਾ ਹੈ ਪ੍ਰਭੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਆਦਿਕ ਪੈਦਾ ਹੋਵੇ, ਤਾਂ ਸਾਨੂੰ ਵੀ ਰੱਬੀ ਰਜ਼ਾ ਦੇ ਅੰਦਰ ਤੁਰਨਾ ਚਾਹੀਦਾ ਹੈ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਆਪ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਨੂੰ ਸਮਝਣਾ ਚਾਹੀਦਾ ਹੈ, ਔਰ ਗੁਰੂ ਦੱਸੇ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨਾ ਚਾਹੀਦਾ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ ਵਿੱਚ ਜੋ ਅਸੀਂ 2 ਸ਼ਲੋਕ ਪੌੜੀਆਂ ਵਿਚਾਰੀਆਂ ਨੇ, ਇਹਨਾਂ ਵਿੱਚ ਕਿਸੇ ਦਾ ਕੋਈ ਸਵਾਲ ਹੋਵੇ, ਸਮਝ ਨਹੀਂ ਕੁਛ ਆਈ, ਪੁੱਛ ਸਕਦੇ ਹੋ। ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਆਪਣੇ ਵਿਊਜ਼ ਦੇ ਸਕਦੇ ਹੋ, ਬਾਰ-ਬਾਰ ਕਹਿਣਾ ਨਾ ਪਵੇ। ਅਗਲੀ ਕਾਰਵਾਈ ਕਲਾਸ ਦੀ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹਨੇ ਵੀ ਕੋਈ ਕੁਐਸਚਨ ਪੁੱਛਣਾ, ਅਨਮਿਊਟ ਹੋ ਜਾਓ। ਸਾਡੇ ਨਾਲ ਨੀਨਾ ਜੀ ਅਨਮਿਊਟ ਹੋਏ ਆ, ਬਾਕੀਆਂ ਨੂੰ ਵੀ ਬੇਨਤੀ ਹੈ ਜੀ, ਤੇ ਤੁਸੀਂ ਕੋਈ ਸਵਾਲ ਪੁੱਛਣਾ ਜਾਂ ਮਸ਼ਵਰਾ ਦੇਣਾ, ਤੁਸੀਂ ਅਨਮਿਊਟ ਹੋ ਜਾਓ। ਨੀਨਾ ਜੀ ਆਪਣਾ ਕੁਐਸਚਨ ਰੱਖੋ। ਹਾਂਜੀ ਹਾਂਜੀ।